ਨਰਕ ਸੁਰਗ। ਸ਼ੰਕਾਵਾਦੀ ਅਕਸਰ ਸ਼ੰਕਾ ਕਰਿਆ ਕਰਦੇ ਹਨ ਕਿ ਨਰਕ ਸੁਰਗ ਅਸਲੋਂ ਹੈਣ ਕਿ ਨਹੀਂ, ਕਿ ਐਵੇਂ ਅਣਹੋਣੀ ਨਰਕ ਸੁਰਗ ਦੀ ਹੋਂਦ ਹੀ ਮੰਨੀ ਗਈ ਹੈ। ਗੁਰਮਤਿ ਹੀਣੇ ਗੁਰਸਿੱਖੀ ਤੋਂ ਗਿਰੇ ਹੋਏ ਪੁਰਸ਼ ਇਸ ਪ੍ਰਕਾਰ ਦੀਆਂ ਸ਼ੰਕਾਵਾਂ ਵਿੱਚ ਭਾਵੇਂ ਪਏ ਰੁੜਨ, ਉਹ ਜਿੱਥੇ ਪਰਮਾਰਥ ਵੱਲੋਂ ਉੱਕੇ ਹੀ ਸਖਣੇ ਹਨ। ਜੇਕਰ ਇਸ ਇੱਕ ਗੱਲ ਤੇ ਯਕੀਨ ਲਿਆਉਣੋਂ ਕੋਰੇ ਮੁਨਕਰ ਰਹਿਣ ਤਾਂ ਕੋਈ ਬੜੀ ਬਾਤ ਨਹੀਂ, ਪਰੰਤੂ ਗੁਰਸਿੱਖਾਂ ਲਈ, ਗੁਰਮਤਿ ਪੰਥ ਦੀ ਪਰਮਾਰਥੀਆਂ ਲਈ ਤਾਂ ਇਸ ਇਨਕਾਰ ਬਾਰੇ ਕੋਈ ਥਾਂ ਨਹੀਂ, ਕਿਉਂਕਿ ਗੁਰਬਾਣੀ ਅੰਦਰ ਥਾਂ ਥਾਈਂ ਇਸ ਪ੍ਰਥਾਏ ਪ੍ਰੋੜਤਾ ਆਉਂਦੀ ਹੈ ਕਿ ਨਰਕ ਸੁਰਗ ਜ਼ਰੂਰ ਹਨ। ਨਰਕ ਸੁਰਗ ਵੱਖੋ ਵੱਖ ਤਬਕੇ ਅਣਦਿਸਦੀ ਦੁਨੀਆ ਵਿੱਚ ਮੌਜੂਦ ਹਨ। ਜੋ ਤਸਦੀਕ ਇਸ ਪ੍ਰੋੜਤਾ ਲਈ ਗੁਰਬਾਣੀ ਦਿੰਦੀ ਹੈ, ਉਹ ਸਾਡੇ ਤ੍ਰਿਕਾਲਦਰਸ਼ੀ ਸਰਬੱਗ ਸਤਿਗੁਰਾਂ ਨੇ ਆਪਣੇ ਅੱਖੀਂ ਪੇਖੀ ਪਰਖੀ ਹੈ। ਸਿੱਖਾਂ ਲਈ ਇਸ ਤੇ ਕਿੰਤੂ ਕਰਨ ਦੀ ਕੋਈ ਗੁੰਜਾਇਸ਼ ਹੀ ਨਹੀਂ। ਬਹੁਤ ਸਾਰੇ ਗੁਰੂ ਘਰ ਵਿੱਚ ਬਾਹਰੋਂ ਆ ਘੁਸੇ ਖਰੜ ਗਿਆਨੀ ਅਤੇ ਬਹੁਤ ਸਾਰੇ ਨਵੀਨ ਅੰਧਕਾਰ ਤਿਮਰ ਰੋਸ਼ਨੀ ਦੇ ਝੁੰਧਿਆਏ ਹੋਏ ਸਿਆਣੇ ਸਦਾਉਣ ਵਾਲੇ ਪੰਥਕ ਚੌਧਰਤਾ ਦੇ ਆਪੋਂ ਬਣ ਬੈਠੇ ਕੂਣੀ ਮਾਰ ਚੌਧਰੀ ਨਾਨਾ ਪ੍ਰਕਾਰ ਦੀਆਂ ਤਰਕਾਂ ਬਿਤਰਕਾਂ ਕਰਿਆ ਕਰਦੇ ਹਨ ਅਤੇ ਆਮ ਜਨਤਾ ਨੂੰ ਗੁੰਮਰਾਹ ਕਰਨ ਦੇ ਅਪਰਾਧੀ ਬਣਦੇ ਹਨ। ਕਰਤਾਰ ਦੀ ਅਣਦਿਸਦੀ ਕਾਇਨਾਤ ਵਿੱਚ ਅਨੇਕ ਪ੍ਰਕਾਰ ਦੇ ਸੂਖਮ ਆਕਾਰ ਮੰਡਲੀ ਤਬਕੇ ਹਨ, ਜਿਨ੍ਹਾਂ ਨੂੰ ਦਿਵ ਦ੍ਰਿਸ਼ਟੀ ਵਾਲੇ ਦੀਦੇ ਹੀ ਦੇਖ ਪਰਖ ਸਕਦੇ ਹਨ। ਗੁਰਮੁਖ ਅਨੰਨ ਗੁਰਸਿੱਖੀ ਦੇ ਸ਼ਰਧਾਲੂ ਜਨਾਂ ਨੂੰ ਇਹ ਨਰਕ ਸੁਰਗ ਪੋਹ ਨਹੀਂ ਸਕਦੇ। ਸੁਰਗ ਨੂੰ ਜਾਣ ਦੀ ਤਿਨਾਂ ਦੀ ਲਾਲਸਾ ਫੁਰਨੇ ਮਾਤਰ ਵੀ ਨਹੀਂ ਹੁੰਦੀ ਅਤੇ ਨਰਕਾਂ ਵਿੱਚ ਪੈਣ ਦਾ ਉਹਨਾਂ ਪੁੱਗ ਖਲੋਤਿਆਂ ਨੂੰ ਰੰਚਕ ਮਾਤਰ ਤਰਾਸ ਨਹੀਂ ਹੁੰਦਾ। ਤਿਨਾਂ ਨੂੰ ਤਾਂ ਕੇਵਲ ਚਰਨ ਕਮਲ ਦੀ ਮੌਜ ਮਸਤੌਜ ਅਤੇ ਵਾਹਿਗੁਰੂ ਦਰਸ਼ਨ ਦੇ ਪੇਖਣ ਪਰਖਣ ਦੀ ਪਰਬਲ ਇਸ਼ਕ ਔਜ ਹੀ ਨਰਕ ਸੁਰਗ ਦੇ ਝਮੇਲੇ ਤੋਂ ਅਲੇਪ ਰੱਖਦੀ ਹੈ। ਪਰ ਇਸ ਝਮੇਲੇ ਦੀ ਅਲੇਪਤਾ ਤੋਂ ਇਹ ਸਿੱਖਿਆ ਹਾਸਲ ਨਹੀਂ ਕਰਨੀ ਕਿ ਨਰਕ ਸੁਰਗ ਐਵੇਂ ਕਿਆਸੀ ਖਿਆਲੀ ਮਨ ਮਨੌਤੀ ਹੈ। ਗੁਰੂ ਸਾਹਿਬ ਦਾ ਇਹ ਵਾਕ, ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਸ਼ਲੋਕ ਕਬੀਰ ਜੀ। ਇੱਕ ਆਦਰਸ਼ਕ ਗੁਰਮੁਖਤਾਈ ਦੀ ਔਜ ਨਿਸ਼ਾਨੀ ਸੱਚੀ ਵੰਨਗੀ ਹੈ, ਜਿਸ ਤੋਂ ਇਸ ਭੇਦ ਦਾ ਚਾਨਣਾ ਪੈਂਦਾ ਹੈ ਕਿ ਚਰਨ ਕਮਲ ਦੇ ਮੌਜ ਮਲਕੀਅਤੀ ਗੁਰਮੁਖ ਜਨਾਂ ਨੂੰ ਨਰਕ ਸੁਰਗਾਂ ਦੀ ਪਰਵਾਹ ਨਹੀਂ ਹੁੰਦੀ। ਉਹ ਇਹਨਾਂ ਹੇਠਲੀਆਂ ਮੰਜ਼ਲਾਂ ਤੋਂ ਅਪਰੰਪਰ ਪ੍ਰਵਾਜ਼ ਕਰ ਗਏ ਹੁੰਦੇ ਹਨ, ਪਰ ਇਸ ਦਾ ਇਹ ਭਾਵ ਹਰਗਿਜ਼ ਨਹੀਂ ਕਿ ਇਹ ਨਰਕ ਸੁਰਗ ਦੇ ਤਬਕੇ ਹੀ ਨਾਬੂਦ ਹਨ ਜਾਂ ਐਵੇਂ ਕਿਆਸੀ ਮਨ ਮਨੌਤੀਆਂ ਹੀ ਹਨ। ਇਸ ਪਰਥਾਏ ਅਣਗਿਣਤ ਗੁਰਵਾਕਾਂ ਦੀ ਅਰਸ਼ ਚਾਨਣੀ ਚਾਨਣਾ ਪਾਉਂਦੀ ਹੈ। ਤਿਸ ਤੇ ਯਥਾ ਯੋਗ ਪ੍ਰਮਾਣਾ ਸੰਯੁਕਤ ਸੁਵਿਸਥਾਰਤਾ ਦੇਣੀ ਅਤਿਅੰਤ ਜ਼ਰੂਰੀ ਹੈ। ਸੋ ਇਸ ਵਿਚਾਰ ਨੂੰ ਗੌਰ ਕਰਕੇ ਧਿਆਨ ਦੇਣਾ ਬਹੁਤ ਲਾਭਕਾਰੀ ਹੋਵੇਗਾ। ਸੱਚ ਹਕੀਕਤ ਤਾਂ ਇਹ ਹੈ ਕਿ ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦਾ ਰੰਗ ਨਹੀਂ ਲੱਗਾ, ਜੋ ਵਾਹਿਗੁਰੂ ਨਾਮ ਰੰਗਾਂ ਵਿੱਚ ਲੀਨ ਬਿਸਮੀਨ ਨਹੀਂ ਹੋਏ, ਤਿਨਾਂ ਨੂੰ ਅਵਸ਼ ਨਰਕ ਭੋਗਣੇ ਪੈਣਗੇ। ਇਹ ਗੱਤ ਕਦੇ ਟਲਣੀ ਨਹੀਂ। ਯਥਾ ਗੁਰਵਾਕ, ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ। ਸਰ ਪਰ ਨਰਕੇ ਜਾਏ ਵਾਲੀ ਪੰਕਤੀ ਵਸੂਕ ਨਾਲ ਤਸਦੀਕ ਕਰਦੀ ਹੈ ਕਿ ਜਿਨ੍ਹਾਂ ਨੂੰ ਪਾਰ ਬ੍ਰਹਮ ਦਾ ਰੰਗ ਨਹੀਂ ਲੱਗਾ, ਸੋ ਲਾਜ਼ਮੀ ਤੌਰ ਤੇ ਸਿੱਧੇ ਨਰਕਾਂ ਨੂੰ ਜਾਣਗੇ। ਚਾਹੇ ਉਹਨਾਂ ਨੇ ਸ਼ਾਸਤਰ ਸਿਮਰਤੀਆਂ ਚਾਰੇ ਵੇਦਾਂ ਦੇ ਵਿਚਾਰ ਕੇ ਘੋਖ ਕੇ ਮੁੱਖ ਆਗਰ ਪਾਠ ਕਿਤਨੇ ਹੀ ਕਿਉਂ ਨਾ ਕੀਤੇ ਹੋਣ, ਉਹਨਾਂ ਨੂੰ ਜ਼ਰੂਰ ਸਰ ਪਰ ਨਰਕੇ ਜਾਣਾ ਪਊ, ਜੇ ਪਾਰ ਬ੍ਰਹਮ ਦੇ ਨਾਮ ਦਾ ਰੰਗ ਨਹੀਂ ਤਿਨਾਂ ਨੂੰ ਚੜਿਆ। ਨਾਮ ਰੰਗ ਹੀਣੇ ਤਪੇ ਤਪੀਸਰ ਜੋਗੀਆਂ ਨੂੰ ਨਰਕ ਭੁਗਤਣੇ ਪੈਣਗੇ, ਚਾਹੇ ਉਹਨਾਂ ਨੇ ਅਨੇਕਾਂ ਆਨਮਤੀ ਤੀਰਥਾਂ ਦੀ ਯਾਤਰਾ ਕੀਤੀ ਹੋਵੇ, ਨਾਨਾ ਪ੍ਰਕਾਰੀ ਤੀਰਥਾਂ ਤੇ ਨਹਾਏ ਕਰ ਖੱਟ ਕਰਮਾਂ ਤੋਂ ਦੁਗਣੀ ਪੂਜਾ ਪੁੰਨ ਕਿਰਿਆ ਕੀਤੀ ਹੋਵੇ। ਸਾਰਾ ਸ਼ਬਦ ਇਹ ਹੈ, ਸਾਸਤ ਸਿਮਰਿਤ ਬੇਦ ਚਾਰ ਮੁੱਖ ਆਗਰ ਵਿਚਰੇ, ਤਪੇ ਤਪੀਸਰ ਜੋਗੀਆਂ ਤੀਰਥ ਗਵਨ ਕਰੇ, ਖੱਟ ਕਰਮਾਂ ਤੇ ਦੁਗਣੇ ਪੂਜਾ ਕਰਤਾ ਨਹਾਏ, ਰੰਗ ਨ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ। ਸ੍ਰੀ ਰਾਗ ਮਹੱਲਾ ਪੰਜਵਾਂ। ਧਰਮ ਈਮਾਨਹੀਣ ਬਹੁਤ ਸਾਰੇ ਲੋਕ ਇਹ ਕਿਹਾ ਕਰਦੇ ਹਨ ਕਿ ਭਾਈ ਨਰਕ ਸੁਰਗ ਇੱਥੇ ਹੀ ਹੈ, ਅੱਗੇ ਕੁਛ ਨਹੀਂ। ਜਿਨ੍ਹਾਂ ਨੇ ਮਾਇਕ ਸੁੱਖ ਇੱਥੇ ਮਾਣ ਲਏ, ਉਹਨਾਂ ਨੇ ਮਾਨੋ ਸੁਰਗ ਭੋਗ ਲਏ। ਜਿਨ੍ਹਾਂ ਨੇ ਦੁੱਖ ਦਲਿੱਦਰ ਦੀ ਜ਼ਿੰਦਗੀ ਇੱਥੇ ਬਤੀਤ ਕੀਤੀ, ਉਹਨਾਂ ਦੇ ਭਾਣੇ ਇੱਥੇ ਨਰਕ ਭੁਗਤੇ ਗਏ। ਇਉਂ ਨਹੀਂ ਖਹਿੜਾ ਛੁੱਟਣਾ,
ਇਸ ਪਰਵਾਸੇ ਰਹਿਣਾ ਕੁਡੰਗਾ ਹੈ। ਸੰਸਾਰਕ ਸੁੱਖਾਂ ਕਰਕੇ ਸੁਰਗ ਭੁਗਤਿਆਂ ਤਿਨਾਂ ਦਾ ਮੰਨਿਆ ਜਾਂਦਾ ਹੈ, ਜਿਨ੍ਹਾਂ ਨੂੰ ਲੋਕਾਂ ਭਾਣੇ ਇੱਥੇ ਇਸ ਜਗਤ ਵਿੱਚ ਦੁੱਖ ਦਲਿੱਦਰ ਨਹੀਂ ਭੁਗਤਣੇ ਪੈਂਦੇ। ਪਰ ਇਹ ਨਿਰੀ ਖਾਮ ਖਿਆਲੀ ਹੈ। ਸਤਿਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਬਹੁਤ ਧਨਾੜ ਅਚਾਰਵੰਤ ਸੋਭਾ ਨਿਰਮਲ ਰੀਤ, ਮਾਤ ਪਿਤਾ ਸੁਤ ਭਾਈਆਂ ਸਾਜਨ ਸੰਗ ਪ੍ਰੀਤ, ਲਸਕਰ ਤਰਕਸ ਬੰਦ ਬੰਦ ਜਿਉ ਜਿਉ ਸਗਲੀ ਕੀਤ, ਚਿਤ ਨ ਆਇਓ ਪਾਰ ਬ੍ਰਹਮ ਤਾਂ ਖੜ ਰਸਾਤਲ ਦੀਤ। ਸ੍ਰੀ ਰਾਗ ਮਹਲਾ ਪੰਜਵਾਂ। ਭਾਵ ਸੰਸਾਰ ਦੇ ਐਸ਼ਵਰਜ ਕਰਕੇ ਭਾਵੇਂ ਕੋਈ ਬਹੁਤ ਹੀ ਧਨਵੰਤ ਹੋਵੇ ਅਤੇ ਅਚਾਰਵੰਤ ਕੁਲਵੰਤ ਵੀ ਹੋਵੇ ਤੇ ਉਸ ਦੀ ਸ਼ੋਭਾ ਵੀ ਸਾਰੇ ਸੰਸਾਰ ਵਿੱਚ ਹੁੰਦੀ ਹੋਵੇ, ਸੰਸਾਰਕ ਰੀਤੀਆਂ ਸੁਰੀਤੀਆਂ ਕਰਕੇ ਵੀ ਭਾਵੇਂ ਕੋਈ ਕਿਤਨਾ ਹੀ ਜਗ ਵਿੱਚ ਮਸ਼ਹੂਰ ਹੋਵੇ, ਮਾਤਾ ਪਿਤਾ ਦੇ ਸਿਰ ਤੇ ਹੋਣ ਦੇ ਸੁੱਖ ਵੀ ਪ੍ਰਾਪਤ ਹੋਣ, ਸੁੱਤ ਸੰਪਦਾ ਕਰਕੇ ਵੀ ਸੁਖੀ ਹੋਵੇ, ਭਾਈਆਂ ਸੱਕੇ ਭਰਾਵਾਂ ਅਤੇ ਸੱਜਣਾ ਸੰਗੀਆਂ ਦੀ ਪ੍ਰੀਤ ਸਹੋਦਰਤਾ ਵੀ ਪ੍ਰਾਪਤ ਹੋਵੇ, ਬੜੇ ਬੜੇ ਲਸ਼ਕਰਾਂ ਸ਼ਸਤਰਾਂ ਤੇ ਅਸਤਰਾਂ ਦਾ ਵੀ ਮਾਲਕ ਹੋਵੇ ਅਤੇ ਸਾਰਿਆਂ ਦੇ ਉੱਪਰ ਉਸ ਦੀ ਫਰਮਾਇਸ਼ ਚਲਦੀ ਹੋਵੇ, ਸਭ ਕੋਈ ਸਗਲੀ ਲੁਕਾਈ ਉਸ ਨੂੰ ਜਿਉ ਜਿਉ ਕਰ ਸਤਕਾਰ ਦੀ ਪਿਆਰ ਦੀ ਹੋਵੇ। ਇਤਨੇ ਸੰਸਾਰਕ ਸੁੱਖਾਂ ਅਤੇ ਮਾਇਕ ਪਦਾਰਥਾਂ ਦੇ ਹੁੰਦਿਆਂ ਜੇ ਉਹ ਪਾਰ ਬ੍ਰਹਮ ਪਰਮੇਸ਼ਰ ਦਾ ਚਿਤਵਨ ਸਿਮਰਨ ਨਹੀਂ ਕਰਦਾ ਤਾਂ ਉਸ ਨੂੰ ਅੱਗੇ ਚੱਲ ਕੇ ਰਸਾਤਲਮਈ ਨਰਕਾਂ ਵਿੱਚ ਧਕੇਲ ਦਿੱਤਾ ਜਾਊ। ਜੇ ਇੱਥੇ ਹੀ ਸੁੱਖਾਮਈ ਸੁਰਗ ਭੁਗਤ ਲਏ ਮੰਨੇ ਜਾਣ ਤਾਂ ਉਸ ਨੂੰ ਅਗਾਹਾਂ ਜਾ ਕੇ ਨਰਕ ਰਸਾਤਲ ਕਿਉਂ ਪੈਣਾ ਪਵੇ। ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਵਾਹਿਗੁਰੂ ਨਾਮ ਦੇ ਸਿਮਰਨ ਬਿਨਾਂ ਸੰਸਾਰ ਦੇ ਸੁੱਖਾਂ ਨੂੰ ਭੋਗਣ ਵਾਲੇ ਸਾਰੇ ਹੀ ਰਸਾਤਲੀ ਜਾਂਦੇ ਹਨ। ਜੇਕਰ ਇੱਥੇ ਦੇ ਸੁੱਖਾਂ ਦੁੱਖਾਂ ਦੀ ਕਸੌਟੀ ਕਰਕੇ ਹੀ ਨਰਕ ਸੁਰਗ ਇੱਥੇ ਹੀ ਭੁਗਤ ਲਏ ਮੰਨੇ ਜਾਣ ਤਾਂ ਇਸ ਹੱਕ ਦਾ ਉਹਨਾਂ ਦੇ ਪਾਸ ਕੀ ਜਵਾਬ ਹੈ ਕਿ ਬਹੁਤ ਸਾਰੇ ਲੋਕ ਸਾਰੀ ਉਮਰ ਹੀ ਸੰਸਾਰੀ ਸੁੱਖਾਂ ਨੂੰ ਭੁਗਤਦੇ ਦੇਖੇ ਗਏ ਹਨ ਅਤੇ ਬਹੁਤ ਸਾਰੇ ਲੋਕ ਦੁੱਖ ਹੀ ਸਾਰੀ ਉਮਰ ਭੋਗਦੇ ਹਨ। ਇਕਨਾਂ ਲਈ ਸੁੱਖ ਹੀ ਸੁੱਖ ਕਿਉਂ ਮਖਸੂਸ ਹਨ ਤੇ ਦੂਜਿਆਂ ਲਈ ਦੁੱਖ ਹੀ ਦੁੱਖ ਕਿਉਂ ਦਰੁਸਤ ਹਨ। ਇਸ ਸੰਸਾਰ ਵਿਖੇ ਹੀ ਮਿਲਦੀ ਦੁੱਖਾਂ ਸੁੱਖਾਂ ਦੀ ਗਤੀ ਨੂੰ ਦੇਖ ਕੇ ਹੀ ਭਰਮ ਨਹੀਂ ਜਾਣਾ ਚਾਹੀਦਾ ਕਿ ਸੁੱਖਾਂ ਵਾਲੇ ਸੁਰਗ ਭੋਗਦੇ ਹਨ ਤੇ ਦੁੱਖਾਂ ਵਾਲੇ ਨਰਕ। ਇਹ ਤਾਂ ਕੋਈ ਨਿਯਮ ਨਿਆਉ ਨਾ ਹੋਇਆ। ਇਹ ਗੱਲ ਮੰਨਣੀ ਪਊ ਕਿ ਕਰਮਾਂ ਅਨੁਸਾਰ ਦੁੱਖਾਂ ਸੁੱਖਾਂ ਦੇ ਭੋਗ ਹਨ, ਜੋ ਕਰਮ ਵਿਧਾਤਾ ਇੱਥੇ ਵੀ ਭੁਗਤਾਉਂਦਾ ਹੈ ਅਤੇ ਅੱਗੇ ਚੱਲ ਕੇ ਵੀ ਭੁਗਤਾਉਂਦਾ ਹੈ। ਇਹ ਗੱਲ ਖੋਲ ਕੇ ਕਰਮ ਫਿਲਾਸਫੀ ਪੁਸਤਕ ਵਿੱਚ ਨਿਰਣਾ ਕੀਤੀ ਜਾਊਗੀ। ਪਰ ਉੱਪਰਲੇ ਗੁਰਵਾਕਾਂ ਅਨੁਸਾਰ ਤਾਂ ਭਾਵੇਂ ਇਸ ਜਨਮ ਵਿੱਚ ਕਿਤਨੇ ਹੀ ਸੁੱਖ ਭੋਗੇ ਜਾਣ ਅਤੇ ਸੰਸਾਰਕ ਸੁੱਖ ਕਰਮ ਕੀਤੇ ਜਾਣ, ਪਰ ਬਿਨਾਂ ਨਾਮ ਰੰਗ ਰਤਿਆਂ ਨਾਮ ਸਿਮਰਨ ਕਮਾਈ ਕਮਾਇਆਂ ਤਿਨਾਂ ਨੂੰ ਅੱਗੇ ਜਾ ਕੇ ਨਰਕ ਹੀ ਨਰਕ ਭੋਗਣਾ ਪੈਂਦਾ ਹੈ। ਸੰਸਾਰਕ ਸੁੱਖਾਂ ਵਿੱਚ ਪੈ ਕੇ ਜੋ ਸੁੱਖਾਂ ਵਿੱਚ ਹੀ ਲੰਪਤ ਖਪਤ ਹੋ ਜਾਂਦੇ ਹਨ ਅਤੇ ਸੁੱਖਾਂ ਦੇ ਦਾਤੇ ਸਿਰਜਣਹਾਰ ਨੂੰ ਵਿਸਾਰ ਦਿੰਦੇ ਹਨ, ਤਿਨਾਂ ਅਕਿਰਤ ਘੜਾਂ ਦਾ ਵਾਸਾ ਅੱਗੇ ਜਾ ਕੇ ਜ਼ਰੂਰ ਨਰਕਾਂ ਤੇ ਰਸਾਤਲਾਂ ਦੋਜ਼ਖਾਂ ਵਿੱਚ ਹੁੰਦਾ ਹੈ। ਨਾਮ ਭਗਤੀ ਦੀ ਵਡਿਆਈ ਅਤੇ ਨਾਮਹੀਣਿਆਂ ਦੀ ਅਧੋਗਤੀ ਮਈ ਛੁਟਿਆਈ ਇਸ ਅਗਲੇਰੇ ਗੁਰਵਾਕ ਅੰਦਰ ਖੂਬ ਨਿਖਾਰ ਕੇ ਵਿਖਾਈ ਗਈ ਹੈ। ਹਰ ਆਪਣੀ ਭਗਤ ਕਰਾਏ ਵਡਿਆਈ ਵੇ ਖਾਲੀਆਂ, ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਘਾਲੀਆਂ, ਹਰ ਭਗਤਾਂ ਨੂੰ ਦੇ ਆਨੰਦ ਥਿਰ ਘਰੀ ਬਹਾਲਿਆਂ, ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਘੋਰ ਚਾਲਿਆਂ, ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਆਂ। ਸ੍ਰੀ ਰਾਗ ਕੀ ਵਾਰ। ਇਸ ਗੁਰਵਾਕ ਅਨੁਸਾਰ ਸਪਸ਼ਟ ਹੁੰਦਾ ਹੈ ਕਿ ਸੁਕ੍ਰਿਤ ਕਰਨੀ ਸਾਰ ਜਪ ਮਾਲੀ ਵਾਲੇ ਭਗਤ ਜਨਾਂ ਦਾ ਵਾਸਾ ਗੁਰਪੁਰੀ ਵਿੱਚ ਹੁੰਦਾ ਹੈ, ਵਾਹਿਗੁਰੂ ਦੇ ਸੱਚਖੰਡ ਨਿਜ ਘਰ ਵਿਖੇ ਹੁੰਦਾ ਹੈ। ਨਾਮੋ ਕੁੱਥੜੇ ਪਾਪੀਆਂ ਨੂੰ ਘੋਰ ਨਰਕ ਵਿੱਚ ਚੁਣ ਚੁਣ ਕੇ ਪਾਈਦਾ ਹੈ। ਉਹਨਾਂ ਨੂੰ ਕਿਤੇ ਵੀ ਥਿਰਤਾ ਨਹੀਂ ਮਿਲਦੀ, ਕੇਵਲ ਨਰਕੀ ਹੀ ਠੌਰ ਮਿਲਦੀ ਹੈ। ਜੋ ਪ੍ਰਾਣੀ ਇੱਥੇ ਇਸ ਸੰਸਾਰ ਵਿਖੇ ਸੁੱਖ ਭੋਗਦੇ ਹਨ ਪਰ ਪਾਪ ਕਰਮ ਕਮਾਉਂਦੇ ਹਨ, ਤਿਨਾਂ ਪਾਪੀਆਂ ਨੂੰ ਨਰਕਾਂ ਦੀ ਸਜ਼ਾ ਅੱਗੇ ਚੱਲ ਕੇ ਜ਼ਰੂਰ ਭੁਗਤਣੀ ਪਊ ਅਤੇ ਐਸੇ ਬਿਖਮ ਘੋਰ ਪੈਂਡੇ ਵਿੱਚ ਦੀ ਲੰਘਣਾ ਪਊ ਜਿੱਥੇ ਸੂਰਜ ਚੰਦ ਦੇ ਚਾਨਣੇ ਦਾ ਪ੍ਰਵੇਸ਼ ਨਹੀਂ, ਨਿਰਾ ਹਨੇਰ ਘੁੱਪ ਹੈ। ਯਥਾ ਗੁਰਵਾਕ। ਬਿਖਮ ਘੋਰ ਪੰਥ ਚਾਲਣਾ ਪ੍ਰਾਣੀ, ਰਵ ਸਸਤਹਿ ਨ ਪ੍ਰਵੇਸ਼ੰ। ਸ੍ਰੀ ਰਾਗ ਤਿਰਲੋਚਨ ਜੀ। ਇਸ ਗੁਰਵਾਕ ਤੋਂ ਸਿੱਧ ਹੈ ਕਿ ਉੱਥੇ ਨਾ ਕਦੇ ਸੂਰਜ ਚੜ੍ਹਦਾ ਹੈ, ਨਾ ਚੰਦ ਹੀ ਕਦੇ ਨਮੂਦਾਰ ਹੁੰਦਾ ਹੈ।
ਘੋਰ ਕੁੱਪ ਅੰਧਿਆਰ ਹੀ ਅੰਧਿਆਰ ਤਿੰਨਾਂ ਤਬਕਿਆਂ ਵਿੱਚ ਸਦਾ ਰਹਿੰਦਾ ਹੈ। ਅੰਧਿਆਰੇ ਤੋਂ ਬਿਨਾਂ ਹੋਰ ਵੀ ਬਿਖਮਤਾਈਆਂ ਉੱਥੇ ਦਰਪੇਸ਼ ਆਉਂਦੀਆਂ ਹਨ, ਜਿਨ੍ਹਾਂ ਦਾ ਵਰਣਨ ਕਰਨਾ ਕਠਨ ਹੈ। ਇਸ ਦੇਹੀ ਨੂੰ ਤਿਆਗ ਕੇ ਸੂਖਮ ਦੇਹੀ ਸੰਯੁਕਤ ਜੀਵ ਅੱਗੇ ਇਕੱਲਾ ਜਾਂਦਾ ਹੈ ਅਤੇ ਪਾਪਾਂ ਦੀ ਪੰਡ ਨਾਲ ਹੀ ਲੈ ਜਾਂਦਾ ਹੈ, ਜਿਸ ਕਰਕੇ ਪਾਪਾਂ ਦੀ ਪੰਧ ਲੰਘਣੀ ਅਤ ਔਖੀ ਹੋ ਜਾਂਦੀ ਹੈ। ਇਸ ਅਗਲੇ ਦ੍ਰਿਸ਼ ਨੂੰ ਦਿਵ ਦ੍ਰਿਸਾਏ ਸਰਵੱਗ ਪੁਰਖਾਂ ਨੇ ਆਪਣੀ ਨਿਜ ਅੱਖੀਂ ਪ੍ਰਕਾਸ਼ ਵਿਕਾਸ ਦੇ ਪ੍ਰਤੱਖ ਨਜ਼ਾਰੇ ਵਿੱਚ ਦੇਖਿਆ ਹੈ, ਜੈਸਾ ਕਿ ਅਗਲਾ ਗੁਰਵਾਕ ਦੱਸਦਾ ਹੈ। ਆਜ ਮੇਰਾ ਮਨ ਪ੍ਰਗਟ ਭਇਆ ਹੈ, ਪੇਖੀਆ ਲੈ ਧਰਮ ਰਾਓ, ਤਹਿ ਕਰ ਦਲ ਕਰਨ ਮਹਾਬਲੀ, ਤਿਨ ਅੱਗ ਲੜੈ ਮੈਂ ਰਹਿਣ ਨਾ ਜਾਏ। ਸ੍ਰੀ ਰਾਗ ਤ੍ਰਿਲੋਚਨ ਜੀ। ਸਮਾਜ ਸਥਿਤੀ ਆਤਮ ਵਿਕਾਸ ਦੇ ਖੁਲਾਓ ਵਿੱਚ ਪ੍ਰਤੱਖ ਦੇਖਿਆ ਨਜ਼ਾਰਾ ਨਦਰੀ ਨਦਰ ਨਦਰਾਏ ਮਹਾਪੁਰਖ ਦੱਸਦੇ ਹਨ ਕਿ ਸੁਤੇ ਸਿੱਧ ਹੀ ਪ੍ਰਕਾਸ਼ ਵਿਗਾਸੀ ਉਘਾੜ ਵਿੱਚ ਅੱਜ ਧਰਮ ਰਾਏ ਦੀ ਪੁਰੀ ਵੀ ਅੱਖੀਂ ਦੇਖੀ ਸਣੇ ਧਰਮ ਰਾਏ ਦੇ, ਅਤੇ ਉੱਥੇ ਧਰਮ ਰਾਏ ਦੀ ਪੁਰੀ ਵਿਖੇ ਧਰਮ ਰਾਏ ਦੇ ਮਹਾਬਲੀ ਜਮਦੂਤਾਂ ਦੇ ਦਲਾਂ ਦੇ ਦਲ ਵੀ ਦੇਖੇ, ਜੋ ਧਰਮ ਰਾਏ ਦੇ ਹੁਕਮ ਅੰਦਰ ਪਾਪੀਆਂ ਦੀ ਦੁਰਗਤੀ ਕਰਦੇ ਪੇਖੇ ਗਏ। ਤਿਨਾਂ ਦੇ ਅੱਗੇ ਕੋਈ ਖੜੋ ਨਹੀਂ ਸਕਦਾ। ਤਿਨਾਂ ਦੀ ਬਿਕਰਾਲ ਦਸ਼ਾ ਨੂੰ ਦੇਖ ਕੇ ਐਸੇ ਤਰਾਸਮਾਨ ਅਤੇ ਤਰਸਤਦਾਨ ਹੋਈਦਾ ਹੈ ਕਿ ਉਹਨਾਂ ਦੀ ਹਾਲਤ ਦੇਖੀ ਨਹੀਂ ਜਾਂਦੀ। ਇਹ ਸਤਿਗੁਰ ਨਦਰ ਨਦਰਾਏ ਸਰਬੱਗ ਪੁਰਸ਼ ਭਗਤ ਜਨਾਂ ਦੀ ਨਿਜ ਅੱਖੀਂ ਦੇਖੀ ਝਾਕੀ ਹੈ, ਤਾਂ ਤੇ ਇਸ ਵਿੱਚ ਕਿੰਤੂ ਕੋਈ ਨਹੀਂ ਕਰਨਾ ਚਾਹੀਦਾ। ਅਕਾਲ ਪੁਰਖ ਸੱਚੇ ਗੁਸਾਈ ਨੂੰ ਸਿਮਰਨ ਹਾਰੇ ਇਹਨਾਂ ਨਰਕਾਂ ਵਿੱਚ ਨਹੀਂ ਪੈਂਦੇ, ਪਾਏ ਹੀ ਨਹੀਂ ਜਾਂਦੇ। ਜਿਨ੍ਹਾਂ ਦੇ ਮਨ ਵਿਖੇ ਆਪ ਪਿਆਰਾ ਆਣ ਵੁੱਠਾ ਹੈ, ਤਿਨਾਂ ਨੂੰ ਤੱਤੀ ਵਾਹ ਨਹੀਂ ਲੱਗਣੀ ਪਾਉਂਦੀ। ਯਥਾ ਗੁਰਵਾਕ। ਜੋ ਸਿਮਰੰਦੇ ਸਾਈਐ ਨਰਕ ਨ ਸਈ ਪਾਈਐ, ਤੱਤੀ ਵਾਹ ਨ ਲੱਗਈ ਜਿਨ ਮਨ ਵੁੱਠਾ ਆਏ ਜਿਉ। ਮਾਝ ਮਹੱਲਾ ਪੰਜਵਾਂ ਘਰ ਦੂਜਾ। ਵਾਹਿਗੁਰੂ ਦੇ ਦਾਸਾਂ ਗੁਰਮੁਖ ਜੋਤ ਪ੍ਰਗਾਸਾਂ ਨੂੰ ਵਾਹਿਗੁਰੂ ਦੀ ਵੱਡੀ ਵਡਿਆਈ ਦੀ ਬਖਸ਼ਿਸ਼ ਹੈ। ਉਹ ਬਖਸ਼ੇ ਹੋਏ ਪੁਰਸ਼ ਵਾਹਿਗੁਰੂ ਦਰ ਗੋਚਰੇ ਹੀ ਰਹਿੰਦੇ ਹਨ। ਨਰਕ ਸੁਰਗ ਤੋਂ ਉੱਪਰ ਤਿਨਾਂ ਦਾ ਪਰਵਾਜ਼ ਹੈ। ਨਾਮ ਲਿਵ ਤਰਨੀਏ ਲੋਕ ਨਾਮੀ ਵਾਹਿਗੁਰੂ ਦੀ ਪੁਰੀ ਵਿੱਚ ਹੀ ਲਿਵਤਾਰੀਆਂ ਉਡਾਰੀਆਂ ਲਾਉਂਦੇ ਹਨ। ਨਾਮ ਤੋਂ ਕੁੱਥੜੇ ਮਾਇਆ ਦੇ ਕੀੜੇ ਮਾਇਆ ਮੋਹ ਵਿੱਚ ਮੱਠੂ ਮਗਨੱਠੂ ਰਹਿਣ ਕਰਕੇ ਨਰਕਾਂ ਦੇ ਭਾਗੀ ਬਣਦੇ ਹਨ। ਅਵਸ਼ ਨਰਕੀ ਲਿਜਾਏ ਪਾਏ ਜਾਂਦੇ ਹਨ। ਯਥਾ ਗੁਰਵਾਕ। ਆਪਣੇ ਦਾਸ ਕੋ ਤੁਹੀ ਵਡਿਆਈ, ਮਾਇਆ ਮਗਨ ਨਰਕ ਲੈ ਜਾਈ। ਰਹਾਓ। ਗੌੜੀ ਮਹੱਲਾ ਪੰਜਵਾਂ। ਰਸਨਾ ਕਰਕੇ ਨਾਮ ਚਿਤਾਰਿਆਂ ਮਹਾ ਕਸ਼ਟ ਖਿਨ ਵਿੱਚ ਹੀ ਕੱਟੇ ਜਾਂਦੇ ਹਨ। ਨਾਮ ਲੀ ਨਾਰੇ ਨਰ ਸਦਾ ਹਰ ਸ਼ਰਣਾਈ ਹੀ ਰਹਿੰਦੇ ਹਨ। ਇੱਥੇ ਸਦਾ ਹੀ ਸੀਤਲਤਾ, ਸ਼ਾਂਤ ਅਤੇ ਸੁਖ ਆਨੰਦ ਹੀ ਵਰਤਦਾ ਹੈ। ਨਾਮ ਜਨਮ ਜਨਮ ਦੀ ਜਲਦੀ ਅਗਨ ਨੂੰ ਨਿਵਾਰ ਦਿੰਦਾ ਹੈ ਅਤੇ ਗਰਭਕੁੰਡ ਦੀ ਜਠਰਾਗਨ ਵਿੱਚ ਨਹੀਂ ਪੈਣ ਦਿੰਦਾ। ਨਾ ਹੀ ਨਰਕਾਂ ਵਿੱਚ ਗੋਤੇ ਖਾਣ ਦਿੰਦਾ ਹੈ, ਸਗੋਂ ਭਵਜਲੋਂ ਪਾਰ ਉਤਾਰ ਦਿੰਦਾ ਹੈ। ਯਥਾ ਗੁਰਵਾਕ। ਮਹਾ ਕਸ਼ਟ ਕਾਟੈ ਖਿਨ ਭੀਤਰ, ਰਸਨਾ ਨਾਮ ਚਿਤਾਰੇ, ਸੀਤਲ ਸ਼ਾਂਤ ਸੂਖ ਹਰ ਸ਼ਰਣੀ, ਜਲਤੀ ਅਗਨ ਨਿਵਾਰੇ। ਗਰਭ ਕੁੰਡ ਨਰਕ ਤੇ ਰਾਖੈ, ਭਵਜਲ ਪਾਰ ਉਤਾਰੇ। ਗੌੜੀ ਪੂਰਬੀ ਮਹੱਲਾ ਪੰਜਵਾਂ। ਜੋ ਸਾਕਤ ਨਰ ਨਾਮ ਸੰਗ ਮਨ ਬਚਨ ਕਰਮ ਕਰਕੇ ਪ੍ਰੀਤ ਨਹੀਂ ਲਾਉਂਦਾ, ਉਹ ਚਾਹੇ ਕੋਟ ਕਰਮ ਕਰੇ, ਗੁਰਮਤਿ ਬਿਪਰਜੇ ਇਹਨਾਂ ਕੋਟ ਅਨਮਤ ਕਰਮਾਂ ਨੂੰ ਕਰਦਾ ਹੋਇਆ ਵੀ ਨਰਕ ਸਿਧਾਉਂਦਾ ਹੈ। ਯਥਾ ਗੁਰਵਾਕ। ਨਾਮ ਸੰਗ ਮਨ ਪ੍ਰੀਤ ਨਾ ਲਾਵੈ, ਕੋਟ ਕਰਮ ਕਰਤੋ ਨਰਕ ਜਾਵੈ। ਹਰ ਕਾ ਨਾਮ ਜਿਨ ਮਨ ਨਾ ਅਰਾਧਾ, ਚੋਰ ਕੀ ਨਿਆਈ ਜੰਪੁਰ ਬਾਧਾ। ਗੌੜੀ ਮਹੱਲਾ ਪੰਜਵਾਂ। ਇਸ ਗੁਰਵਾਕ ਦੀਆਂ ਪਿਛਲੀਆਂ ਪੰਕਤੀਆਂ ਦੱਸਦੀਆਂ ਹਨ ਕਿ ਜਿਸ ਨਰ ਨੇ ਸੱਚੀ ਸ਼ਰਧਾ ਸੰਯੁਕਤ ਮਨ ਬਚਨ ਕਰਮ ਕਰਕੇ ਵਾਹਿਗੁਰੂ ਨਾਮ ਨਹੀਂ ਅਰਾਧਿਆ, ਉਹ ਚੋਰ ਦੀ ਨਿਆਈ ਬੰਨਿਆ ਹੋਇਆ ਜੰਪੁਰੀ ਵਿੱਚ ਲਿਜਾਇਆ ਜਾਂਦਾ ਹੈ। ਤਾਂ ਤੇ ਇਹ ਨੁਕਤਾ ਵੀ ਸਾਫ਼ ਹੋ ਗਿਆ ਕਿ ਜੰਪੁਰੀ ਵੀ ਗੁਪਤ ਦੁਨੀਆ ਦੀਆਂ ਪੁਰੀਆਂ ਵਾਂਗੂ ਇੱਕ ਪੁਰੀ ਹੈ, ਜਿੱਥੇ ਪਾਪੀ ਪੁਰਸ਼ ਚੋਰ ਦੀ ਨਿਆਈ ਮੁਸ਼ਕਾਂ ਕੱਸ ਕੇ ਲੈ ਜਾਏ ਜਾਂਦੇ ਹਨ ਅਤੇ ਜੰਮਾਂ ਦੇ ਵਸ ਪੈ ਜਾਂਦੇ ਹਨ। ਅਗਲੇ ਗੁਰਵਾਕ ਸ਼ਲੋਕ ਅਤੇ ਪੌੜੀ ਅੰਦਰ ਨਰਕ ਨਿਰਵਾਰੀਆਂ ਦਾ ਸਪਸ਼ਟ ਨਿਰਣਾ ਕੀਤਾ ਗਿਆ ਹੈ। ਯਥਾ ਗੁਰਵਾਕ। ਸ਼ਲੋਕ। ਨਾਨਕ ਨਾਮ ਨਾਮ ਜਪ ਜਪਿਆ, ਅੰਤਰ ਬਾਹਰ ਰੰਗ, ਗੁਰ ਪੂਰੈ ਉਪਦੇਸ਼ਿਆ, ਨਰਕ ਨਾ ਹੈ ਸਾਧ ਸੰਗ। ਪੌੜੀ। ਨੰਨਾ ਨਰਕ ਪਰੈ ਤੇ ਨਾਹੀ,
जाकै मन तन नाम बसाही, नाम निधान गुरमुख जो जपते, बिख माया में ना ओए खपते, नन्ना कार न होता ताको, नाम मंत्र गुर दीनो जा कहो, निध निधान हर अमृत पूरे, तह बाजे नानक अनहद तूरे। गौड़ी 52 अखरी। इस गुरवाक अंदर सतगुर पूरे ਦਾ ਸੱਚ ਉਪਦੇਸ਼ਮਈ ਐਲਾਨ ਹੈ ਕਿ ਨਾਮ ਹੀ ਨਾਮ, ਕੇਵਲ ਵਾਹਿਗੁਰੂ ਨਾਮ ਦਾ ਅੰਦਰੋਂ ਬਾਹਰੋਂ ਪ੍ਰੇਮ ਜੋਤ ਰੰਗਾਂ ਵਿੱਚ ਗੁਰੂ ਘਰ ਦੀ ਸਤ ਸੰਗਤ ਵਿਖੇ ਮਿਲ ਕੇ ਜਾਪ ਜਪਿਆਂ ਐਸੀ ਸੱਚੀ ਸੁਰਖਰੂਈ ਹੈ ਕਿ ਅੱਗੇ ਗਿਆਂ ਵੀ ਮੁਖ ਉਜਲਾ ਹੀ ਹੈ। ਨਰਕ ਦਾ ਤੌਖਲਾ ਮੁਕਦਾ ਹੈ ਤਾਂ ਕੇਵਲ ਇਸ ਪ੍ਰਕਾਰ ਦਾ ਜੀਵਨ ਜਨਮ ਬਤੀਤਿਆਂ ਹੀ ਮੁਕਦਾ ਹੈ। ਜਿਨ੍ਹਾਂ ਦੇ ਮਨ ਤਨ ਅੰਦਰ ਨਾਮ ਵਸਿਆ ਹੈ ਉਹ ਅੱਗੇ ਜਾ ਕੇ ਨਰਕਾਂ ਵਿੱਚ ਨਹੀਂ ਪੈਂਦੇ, ਕਿਉਂਕਿ ਨਾਮ ਨਿਧਾਨ ਜਪਣ ਕਰਕੇ ਗੁਰਮੁਖ ਜਨ ਵਿਖ ਰੂਪ ਮਾਇਆ ਵਿੱਚ ਉੱਕੇ ਹੀ ਖਚਤ ਨਹੀਂ ਹੁੰਦੇ। ਵਿਖਿਆ ਦੇ ਕੀੜੇ ਹੀ ਨਰਕਾਂ ਵਿੱਚ ਪੈਂਦੇ ਹਨ ਤੇ ਜ਼ਰੂਰ ਪੈਂਦੇ ਹਨ। ਸਤਿਗੁਰੂ ਦੇ ਪ੍ਰਸਾਦ ਕਰ ਜਿਨ੍ਹਾਂ ਨੂੰ ਨਾਮ ਗੁਰਮੰਤਰ ਮਿਲਿਆ ਹੈ, ਤਿਨਾਂ ਨੂੰ ਕਿਸੇ ਗੁਣ ਦੀ ਕਮੀ ਨਹੀਂ ਰਹਿੰਦੀ। ਅੱਗੇ ਜਾ ਕੇ ਵੀ ਉਹਨਾਂ ਸਾਹਮਣੇ ਕੋਈ ਨਹੀਂ ਅੜਦਾ, ਕੋਈ ਨਨਕਾਰ ਨਹੀਂ ਕਰਦਾ। ਜੋ ਜਨ ਨਾਮ ਜਪ ਕਰਕੇ ਅੰਮ੍ਰਿਤ ਰੂਪੀ ਨਿਧ ਨਿਧਾਨ ਦੇ ਪੂਰੇ ਭਾਂਡੇ ਹੋ ਜਾਂਦੇ ਹਨ, ਤਿਸ ਅਵਸਥਾ ਤੇ ਪਹੁੰਚ ਕੇ ਤਿਨਾਂ ਦੇ ਦਸਮ ਦੁਆਰ ਅਨਹਦ ਕੀਰਤਨ ਦੇ ਨਾਦ ਵੱਜਣ ਲੱਗ ਪੈਂਦੇ ਹਨ। ਤਿਸ ਪਦ ਤੇ ਪੁੱਜ ਕੇ ਸਾਧ ਸੰਗਤ ਦੀ ਪਾਰਸ ਭੇਟ ਦਾ ਸਦਕਾ ਜਿਨ੍ਹਾਂ ਨੇ ਦਸਮ ਦੁਆਰ ਦੀ ਖੇਡ ਦਾ ਮਰਮ ਪਛਾਣ ਲਿਆ ਹੈ, ਤਿਨਾਂ ਨੇ ਮਨ ਬਚਨ ਕਰਮ ਕਰਕੇ ਦੁੱਖ ਸੁੱਖ ਨੂੰ ਸਮਾਨ ਸਮਸਰ ਹੀ ਜਾਣਿਆ ਹੈ ਤੇ ਜਨ ਨਰਕ ਸੁਰਗ ਦੇ ਝਮੇਲੇ ਤੋਂ ਅਪਰੰਪਰ ਪਦਵੀ ਵਿੱਚ ਜਾਏ ਪ੍ਰਵੇਸ਼ ਹੁੰਦੇ ਹਨ। ਯਥਾ ਗੁਰਵਾਕ। ਮੰਮਾ ਜਾਹੂ ਮਰਮ ਪਛਾਨਾ, ਭੇਟਤ ਸਾਧ ਸੰਗ ਪਤਿਆਨਾ, ਦੁੱਖ ਸੁਖ ਵਾਕੈ ਸਮਤ ਵਿਚਾਰਾ, ਨਰਕ ਸੁਰਗ ਰਹਿਤ ਅਵਤਾਰਾ। ਗੌੜੀ 52 ਅਖਰੀ। ਬਸ ਤਿਨਾਂ ਦਾ ਨਰਕ ਸੁਰਗ ਮੰਡਲ ਵਿੱਚ ਉਤਰਨਾ ਜਾਣਾ ਕਦੇ ਹੁੰਦਾ ਹੀ ਨਹੀਂ। ਐਸਾ ਗੁਰੂ ਘਰ ਦੀ ਸਾਧ ਸੰਗਤ ਭੇਟਣ ਦਾ ਪਾਰਸ ਭੂਤੀ ਪ੍ਰਭਾਵ ਹੈ ਕਿ ਤਿਸ ਦੇ ਵਰੁਸਾਏ ਹੋਏ ਗੁਰਸਿੱਖਾਂ ਦੀ ਅੱਗੇ ਗਿਆਂ ਧਰਮ ਰਾਏ ਵੀ ਸੇਵਾ ਕਰਦਾ ਹੈ। ਤਿਨਾਂ ਦੀ ਸ਼ੋਭਾ ਸੁਰਦੇਵ ਮੰਡਲਾਂ ਵਿੱਚ ਦੇਵਤੇ ਗਣ ਵੀ ਕਰਦੇ ਹਨ। ਤਿਨਾਂ ਦੇ ਬੱਜਰ ਤੋਂ ਬੱਜਰ ਪਾਪ ਖਤੇ ਕਲੀ ਕਾਲ ਵਿੱਚ ਜਮ੍ਹਾਂ ਹੋਏ ਸਭ ਨਾਸ ਹੋ ਜਾਂਦੇ ਹਨ ਅਤੇ ਨਰਕ ਵੀ ਸਹਿਜੇ ਹੀ ਪਰਹਰੇ ਜਾਂਦੇ ਹਨ। ਯਥਾ ਗੁਰਵਾਕ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸ਼ੋਭਾ ਸੁਰਦੇਵਾ। ਸਾਧ ਕੈ ਸੰਗ ਕਲੂਖਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ। ਗੌੜੀ ਸੁਖਮਨੀ। ਅਗਲੇ ਗੁਰਵਾਕ ਅੰਦਰ ਭਲੀ ਬਿਧ ਨਿਰਣੇ ਹੁੰਦਾ ਹੈ ਕਿ ਨਰਕਾਂ ਦੇ ਅਧਿਕਾਰੀ ਕਿਵੇਂ ਬਣੀਦਾ ਹੈ ਅਤੇ ਕੌਣ-ਕੌਣ ਬਣਦੇ ਹਨ। ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ। ਕਿਸੇ ਨ ਬਦੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ, ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ, ਸੋ ਜਨ ਨਾਨਕ ਦਰਗਾਹ ਪਰਵਾਨ। ਅਨਿਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਅਵਤਾਰ, ਅਨਿਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗਾਹ ਕਉ ਕੈਸੇ ਗਵੈ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ। ਗੌੜੀ ਸੁਖਮਨੀ। ਭਾਵ ਰਾਜ ਅਭਿਮਾਨੀਆਂ ਨੂੰ ਜ਼ਰੂਰ ਨਰਕ ਵਿੱਚ ਨਿਵਾਸ ਮਿਲਦਾ ਹੈ। ਰਾਜ ਅਭਿਮਾਨੀ ਸੱਚਮੁੱਚ ਨਰਕਪਾਤੀ ਸਵਾਨ ਕੁੱਤੇ ਦੀ ਨਿਆਈ ਨਰਕਾਂ ਵਿੱਚ ਭੌਂਦੇ ਹਨ। ਤਪੋਂ ਰਾਜ ਰਾਜੋ ਨਰਕ ਦੀ ਕਹਾਵਤ ਵੀ ਠੀਕ ਤਿਨਾਂ ਤੇ ਟੁਕਦੀ ਹੈ। ਜਿਹੜੇ ਹੰਕਾਰੀ ਪੁਰਸ਼ ਆਪਣੇ ਹੰਕਾਰ ਵਿੱਚ ਮੱਤੇ ਹੋਏ ਕਿਸੇ ਨੂੰ ਕੁਝ ਕਰਕੇ ਨਹੀਂ ਜਾਣਦੇ, ਤਿਨਾਂ ਨੂੰ ਅੱਗੇ ਗਿਆਂ ਧਰਮ ਰਾਜਾ ਨਰਕਾਂ ਵਿੱਚ ਪਾ ਕੇ ਖੁਆਰ ਕਰਦਾ ਹੈ। ਗੁਰਪ੍ਰਸਾਦ ਕਰਕੇ ਜਿਨ੍ਹਾਂ ਦਾ ਅਭਿਮਾਨ ਹੰਕਾਰ ਮਿਟ ਜਾਂਦਾ ਹੈ, ਤਿਨਾਂ ਨਾਮ ਰਤਿਆਂ ਨੂੰ ਦਰਗਾਹ ਅੰਦਰ ਸਗੋਂ ਪ੍ਰਵਾਨਤਾ ਮਿਲਦੀ ਹੈ। ਨਾਮ ਦੀ ਸੁਕ੍ਰਿਤ ਕਰਨੀ ਹੀ ਨਰਕ ਨਿਵਾਰਨ ਨੂੰ ਸਮਰੱਥ ਹੈ। ਅਨੇਕ ਪ੍ਰਕਾਰ ਦੀ ਆਨਮਤ ਕਰਮ ਕਰਤੂਤੀ ਤਪੱਸਿਆ ਕੀਤੀ ਕਿਸੇ ਕੰਮ ਨਹੀਂ, ਨਿਰਾ ਹੰਕਾਰ ਹੀ ਵਧਾਉਂਦੀ ਹੈ। ਇੱਛਾ ਪੂਰਤੀ ਨਿਮਿਤ ਤਪੱਸਿਆ ਕੀਤੀ ਹੋਈ ਨਰਕਾਂ ਸੁਰਗਾਂ ਦੇ ਗੇੜ ਵਿੱਚ ਭਵਾਉਂਦੀ ਹੈ। ਤਪੱਸਿਆ ਕਰਨ ਹਾਰੇ ਨੂੰ ਹਰ ਦਰਗਾਹ ਪੁੱਜਣ ਦਾ ਪਾਤਰ ਨਹੀਂ ਬਣਾਉਂਦੀ, ਕਿਉਂਕਿ ਹਠ ਧਰਮੀ ਤਪੱਸਿਆ ਕੀਤਿਆਂ ਆਤਮ ਨਹੀਂ ਦਰਵਦਾ ਅਤੇ ਆਤਮ ਦਰਵੇ ਬਿਨਾਂ ਹਰ ਦਰਗਾਹ ਪ੍ਰਵੇਸ਼ਤਾ ਦਾ ਅਧਿਕਾਰੀ ਨਹੀਂ ਬਣ ਸਕੀਦਾ। ਤਪੱਸਿਆ ਆਦਿਕ ਯਤਨ ਕੇਵਲ ਮਾਇਕ ਮਨੋਰਥਾਂ ਦੀ ਇੱਛਾ ਪੂਰਤੀ ਖਾਤਰ ਹੀ ਕੀਤੇ ਜਾਂਦੇ ਹਨ। ਇਸ ਬਿਧ ਸਗੋਂ ਹੋਰ ਮੋਹ ਮਾਇਆ ਦੀ ਮਗਨਤਾ ਲਗਨਤਾ ਵੱਧਦੀ ਹੈ। ਮਾਇਆ ਮੋਹ ਮਗਨਾਣੂਆਂ ਨੂੰ ਅੱਗੇ ਗਿਆਂ
ਧਰਮ ਰਾਏ ਸਜ਼ਾਈ ਦੇਵਦਾ ਹੈ। ਇਸ ਗੁਰਵਾਕ ਤੋਂ ਨਰਕ ਵੀ ਸਿੱਧ ਹੁੰਦੇ ਹਨ ਅਤੇ ਧਰਮ ਰਾਏ ਦੀ ਹੋਂਦ ਵੀ ਸਿੱਧ ਹੁੰਦੀ ਹੈ। ਨਾਮਹੀਣਿਆਂ ਨੂੰ ਦੋਹਾਂ ਨਾਲ ਵਾਸਤਾ ਪੈਂਦਾ ਹੈ ਅਤੇ ਪੈਂਦਾ ਜ਼ਰੂਰ ਹੈ, ਟਲਦਾ ਨਹੀਂ, ਸੱਚ ਕਰਕੇ ਮੰਨਣਾ। ਅਗਲੀ ਪੌੜੀ ਵਿੱਚ ਵਰਣਨ ਹੈ ਕਿ ਗੁਰੂ ਘਰ ਦੇ ਸੱਚੇ ਸੰਤ ਜਨਾਂ ਦੇ ਦੋਖੀਆਂ ਨੂੰ ਵੀ ਨਰਕ ਦੀ ਸਜ਼ਾਏ ਭੁਗਤਣੀ ਪੈਂਦੀ ਹੈ। ਯਥਾ ਗੁਰਵਾਕ ਸੰਤ ਕੈ ਦੁਖਨ ਸੁਖ ਸਭ ਜਾਏ, ਸੰਤ ਕੈ ਦੁਖਨ ਨਰਕ ਮੈਂ ਪਾਏ। ਸੁਖਮਨੀ ਸਾਹਿਬ। ਤਾਂ ਤੇ ਸਾਕਤ ਨਿੰਦਕਾਂ ਨੂੰ ਨਰਕ ਵਿੱਚ ਅਵਸ਼ ਹੀ ਪੈਣਾ ਪਵੇਗਾ। ਅੱਗੇ ਗੌੜੀ ਥਿੱਤੀ ਵਿੱਚ ਵੀ ਇਉਂ ਗੁਰਬਚਨ ਆਉਂਦਾ ਹੈ। ਤ੍ਰਿਤੀਆ ਤ੍ਰੈਗੁਣ ਬਿਖੈ ਫਲ, ਕਬ ਉੱਤਮ ਕਬ ਨੀਚ, ਨਰਕ ਸੁਰਗ ਭ੍ਰਮ ਤੋਂ ਘਣੋ, ਸਦਾ ਸੰਘਾਰੈ ਮੀਚ। ਮੋਹ ਭਰਮ ਬੂਡਤ ਘਣੋ, ਮਹਾ ਨਰਕ ਮੈਂ ਵਾਸ, ਕਰ ਕਿਰਪਾ ਪ੍ਰਭ ਰਾਖ ਲੇਹੁ, ਨਾਨਕ ਤੇਰੀ ਆਸ। ਗੌੜੀ ਥਿੱਤੀ ਮਹੱਲਾ ਪੰਜਵਾਂ। ਭਾਵ ਤ੍ਰੈਗੁਣੀ ਬਿਖੇ ਫਲ ਬਾਦਸ਼ਾਹ ਵਾਲਿਆਂ ਨੂੰ ਨਰਕ ਸੁਰਗ ਦੇ ਉੱਚੇ ਨੀਚੇ ਭੌਣਾ ਵਿੱਚ ਭਰਮਣਾ ਪੈਂਦਾ ਹੈ ਅਤੇ ਘਣਾ ਹੀ ਭੌਣਾ ਪੈਂਦਾ ਹੈ, ਕਿਉਂਕਿ ਮੌਤ ਦੇ ਸੰਘਾਰ ਤੋਂ ਕਦੇ ਵੀ ਉਹਨਾਂ ਦਾ ਛੁਟਕਾਰਾ ਨਹੀਂ ਹੁੰਦਾ। ਮੋਹ ਭਰਮ ਵਿੱਚ ਗਲ ਤਾਈਂ ਡੁੱਬਿਆਂ ਦਾ ਮਹਾ ਨਰਕ ਵਿੱਚ ਵਾਸਾ ਹੁੰਦਾ ਹੈ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀਓ ਇਹਨਾਂ ਨਰਕੀ ਜੀਵਾਂ ਤੇ ਤਰਸ ਕਰਕੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ। ਇਹਨਾਂ ਨਰਕਪਾਤੀ ਜੀਵਾਂ ਨੂੰ ਆਪਣੀ ਕਿਰਪਾ ਕਰਕੇ ਹੀ ਹੇ ਵਾਹਿਗੁਰੂ ਰੱਖ ਲੈ, ਇੱਕ ਤੇਰੀ ਹੀ ਆਸ ਹੈ, ਤੇਰੇ ਬਿਨਾਂ ਕੋਈ ਨਹੀਂ ਰੱਖ ਸਕਦਾ ਇਹਨਾਂ ਨਰਕ ਦੇ ਭਾਗੀ ਜਨਤਾ ਨੂੰ। ਪਾਪ ਕਰਮੀ ਜੀਵ ਗੁਰੂ ਸਾਹਿਬ ਨੂੰ ਨਰਕ ਵਿੱਚ ਪੈਂਦੇ ਦੀਂਦੇ ਹਨ, ਤਦੇ ਤਾਂ ਤਰਾਸਮਾਨ ਹੋ ਕੇ ਅਤੇ ਤਰਸ ਖਾ ਕੇ ਅਰਦਾਸ ਕਰਦੇ ਹਨ ਅਤੇ ਪਾਪਿਸ਼ਟ ਪੁਰਸ਼ਾਂ ਨੂੰ ਹੀ ਨਰਕ ਦੇ ਸੱਚੇ ਨਜ਼ਾਰੇ ਤਦੇ ਦ੍ਰਿੜ ਕਰਾਉਂਦੇ ਹਨ ਕਿ ਇਹਨਾਂ ਨੂੰ ਵਿਚਾਰ ਕੇ ਪਾਪ ਕਰਮਾਂ ਤੋਂ ਪਾਪੀ ਪੁਰਸ਼ ਬਾਜ਼ ਆ ਜਾਣ। ਮਹਿਜ਼ ਫੋਕਾ ਡੂਮ ਡਰਾਵਾ ਹੀ ਨਹੀਂ ਦਿੰਦੇ, ਐਸਾ ਕਰਨਾ ਸਤਵਾਦੀ ਸਤਪੁਰਖਾਂ ਗੁਰੂ ਅਵਤਾਰਾਂ ਦਾ ਵਤੀਰਾ ਨਹੀਂ। ਹਰੀ ਕੀਰਤਨ ਹਰੀ ਸਿਫਤ ਸਲਾਹ ਵਿੱਚ ਨਿਮਗਨ ਹੋਇਆਂ, ਮੁਜੱਸਮ ਸਿਫਤ ਸਲਾਹ ਦਾ ਰੂਪ ਹੋਇਆਂ ਸਾਰੇ ਨਰਕ ਨਿਵਾਰੇ ਜਾਂਦੇ ਹਨ ਤੇ ਨਰਕਾਂ ਦੇ ਦੁੱਖ ਹਰੇ ਜਾਂਦੇ ਹਨ ਅਤੇ ਅਨੰਤ ਕਲੇਸ਼ ਵੀ ਹੋੜੇ ਜਾਂਦੇ ਹਨ। ਸੋ ਮੌਤ ਅਤੇ ਜਮ ਦੇ ਭੈ ਵੀ ਦੂਰ ਹੋ ਜਾਂਦੇ ਹਨ। ਯਥਾ ਗੁਰਵਾਕ ਨਰਕ ਨਿਵਾਰੈ ਦੁਖ ਹਰੈ, ਟੂਟੈ ਅਨਿਕ ਕਲੇਸ਼, ਮੀਚ ਹੁਟੈ ਜਮ ਤੇ ਛੁਟੈ, ਹਰ ਕੀਰਤਨ ਪਰਵੇਸ਼। ਗੌੜੀ ਥਿੱਤੀ ਮਹੱਲਾ ਪੰਜਵਾਂ। ਜਿਨ੍ਹਾਂ ਨੇ ਕਦੇ ਨਾਰਾਇਣ ਨਹੀਂ ਸਿਮਰਿਆ ਅਤੇ ਸਾਰੀ ਉਮਰ ਬਿਖੇ ਰਸਾਂ ਦੇ ਸਵਾਦਾਂ ਵਿਕਾਰਾਂ ਵਿੱਚ ਹੀ ਮੱਤੇ ਹੋਏ ਜਨਮ ਬਤੀਤ ਕਰਦੇ ਹਨ, ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ, ਤਿਨਾਂ ਨਾਮ ਵਿਸਾਰਨ ਹਾਰਿਆਂ ਬਿਕਾਰੀ ਜਨਤਾ ਨੂੰ ਮੁੜ ਮੁੜ ਨਰਕਾਂ ਸੁਰਗਾਂ ਵਿੱਚ ਹੀ ਘੁੰਮਣਾ ਪੈਂਦਾ ਹੈ। ਯਥਾ ਗੁਰਵਾਕ ਨਾਰਾਇਣ ਨਹਿ ਸਿਮਰਿਓ, ਮੋਹਿਓ ਸਵਾਦ ਬਿਕਾਰ, ਨਾਨਕ ਨਾਮ ਵਿਸਾਰਿਆ ਨਰਕ ਸੁਰਗ ਅਵਤਾਰ। ਗੌੜੀ ਥਿੱਤੀ ਮਹੱਲਾ ਪੰਜਵਾਂ। ਅਗਲੇ ਗੁਰਵਾਕ ਦੱਸਦੇ ਹਨ ਕਿ ਪੂਰੇ ਸਤਿਗੁਰੂ ਦੀ ਨਿੰਦਿਆ ਕਰਨ ਵਾਲਿਆਂ ਦਾ ਕੀ ਹਾਲ ਹੁੰਦਾ ਹੈ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਤਿਸ ਕਰਤਾ ਮਾਰ ਦਿਵਾਵੈ, ਫੇਰ ਉਹ ਵੇਲਾ ਉਸ ਹੱਥ ਨਾ ਆਵੈ, ਉਹ ਆਪਣਾ ਬੀਜਿਆ ਆਪੇ ਖਾਵੈ, ਨਰਕ ਘੋਰ ਮੂੰਹ ਕਾਲਾ ਖੜਿਆ, ਜਿਉ ਤਸਕਰ ਪਾਏ ਗਲਾਵੈ। ਗੌੜੀ ਕੀ ਵਾਰ ਸ਼ਲੋਕ ਮਹੱਲਾ ਚੌਥਾ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਔਖਾ ਜਗ ਮੈਂ ਹੋਇਆ, ਨਰਕ ਘੋਰ ਦੁਖ ਖੂਹ ਹੈ, ਉਥੈ ਪਕੜ ਉਹ ਢੋਇਆ, ਕੂਕ ਪੁਕਾਰ ਕੋ ਨਾ ਸੁਣੇ, ਉਹ ਔਖਾ ਹੋਏ ਹੋਏ ਰੋਇਆ, ਓਨ ਹਲਤ ਪਲਤ ਸਭ ਗਵਾਇਆ, ਲਾਹਾ ਮੂਲ ਸਭ ਖੋਇਆ, ਉਹ ਤੇਲੀ ਸੰਦਾ ਬਲਦ ਕਰ, ਨਿਤ ਭਲਕੇ ਉਠ ਪ੍ਰਭ ਜੋਇਆ। ਹਰ ਵੇਖੈ ਸੁਣੈ ਨਿਤ ਸਭ ਕਿਛ, ਤਿੱਦੋਂ ਕਿਛ ਗੁੱਜਾ ਨਾ ਹੋਇਆ, ਜੈਸਾ ਬੀਜੇ ਸੋ ਲੁਣੈ, ਜਿਹਾ ਪੁਰਬ ਕਿਨੈ ਬੋਇਆ, ਜਿਸ ਕਿਰਪਾ ਕਰੇ ਪ੍ਰਭ ਆਪਣੀ, ਤਿਸ ਸਤਿਗੁਰ ਕੇ ਚਰਨ ਧੋਇਆ, ਗੁਰ ਸਤਿਗੁਰ ਪਿੱਛੇ ਤਰ ਗਿਆ, ਜਿਉ ਲੋਹਾ ਕਾਠ ਸੰਗੋਇਆ। ਜਨ ਨਾਨਕ ਨਾਮ ਧਿਆਏ ਤੂੰ, ਜਪ ਹਰ ਹਰ ਨਾਮ ਸੁਖ ਹੋਇਆ। ਵਾਰ ਗੌੜੀ ਸ਼ਲੋਕ ਮਹੱਲਾ ਚੌਥਾ। ਭਾਵ ਜੋ ਪ੍ਰਾਣੀ ਸਤਿਗੁਰ ਪੂਰੇ ਦੀ ਨਿੰਦਿਆ ਕਰਦਾ ਹੈ, ਉਸ ਨੂੰ ਆਪ ਕਰਤਾ ਪੁਰਖ ਸਜ਼ਾ ਮਾਰ ਦਿਵਾਉਂਦਾ ਹੈ, ਮਾਰ ਪਵਾਉਂਦਾ ਹੈ ਧਰਮ ਰਾਏ ਪਾਸੋਂ। ਫਿਰ ਉਸ ਨੂੰ ਉਹ ਵੇਲਾ ਹੱਥ ਨਹੀਂ ਆਉਂਦਾ, ਖੁੰਝਿਆ ਹੋਇਆ ਵਕਤ ਪਸ਼ਚਾਤਾਪ ਦਾ ਗੁਜ਼ਰ ਜਾਂਦਾ ਹੈ। ਉਸ ਨੂੰ ਆਪਣਾ ਕੀਤਾ ਆਪ ਪਾਉਣਾ ਪੈਂਦਾ ਹੈ, ਅਰਥਾਤ ਨਿੰਦਾ ਕੀਤੇ ਦੀ ਸਜ਼ਾ ਅਵਸ਼ ਭੋਗਣੀ ਪੈਂਦੀ ਹੈ। ਆਪਣਾ ਬੀਜਿਆ ਪਾਪਾਂ ਦਾ ਫਲ, ਨਿੰਦਾ ਦੁਸ਼ਟੀ ਦਾ ਫਲ ਜ਼ਰੂਰ ਆਪ ਹੀ ਚਖਣਾ ਪੈਂਦਾ ਹੈ।
ਤਿਸ ਨਿੰਦਕ ਦਾ ਮੂੰਹ ਕਾਲਾ ਕਰਕੇ ਅਤੇ ਚੋਰ ਵਾਂਗੂ ਗਲ ਵਿੱਚ ਤੋਕ ਪਾ ਕੇ ਉਸ ਨੂੰ ਨਰਕ ਘੋਰ ਵਿੱਚ ਲਿਜਾਇਆ ਜਾਂਦਾ ਹੈ। ਸਤਿਗੁਰ ਪੂਰੇ ਦੀ ਨਿੰਦਿਆ ਕਰਨ ਵਾਲਾ ਇਸ ਜੱਗ ਵਿੱਚ ਵੀ ਬੜਾ ਹੀ ਔਖਾ ਹੁੰਦਾ ਹੈ ਅਤੇ ਅਗਲੇ ਲੋਕ ਵਿੱਚ ਨਰਕ ਘੋਰ ਦੇ ਦੁੱਖਾਂ ਭਰੇ ਖੂਹ ਤੇ ਫੜ ਕੇ ਉਹ ਢੋਇਆ ਜਾਂਦਾ ਹੈ, ਜਿੱਥੇ ਉਹਦੀ ਕੂਕ ਪੁਕਾਰ ਕੋਈ ਨਹੀਂ ਸੁਣਦਾ। ਉਹ ਅਤੀ ਦੁਖੀ ਅਤੇ ਔਖਾ ਹੋ ਕੇ ਰੋਂਦਾ ਹੈ। ਤਾਂ ਤੇ ਉਸਦੇ ਹਲਤ ਪਲਤ ਇਹ ਲੋਕ ਤੇ ਅਗਲਾ ਲੋਕ ਐਵੇਂ ਅਣਜਾਈ ਗਵਾਏ ਜਾਂਦੇ ਹਨ। ਉਹ ਤੇਲੀ ਦੇ ਬਲਦ ਵਾਂਗੂ ਨਿਤ ਨਵੀਂ ਭੜਕ ਕੋਲੂ ਵਿੱਚ ਜੋਇਆ ਜਾਂਦਾ ਹੈ। ਕਰਤੇ ਪੁਰਖ ਦੇ ਹੁਕਮ ਨਾਲ ਇਹ ਸਜ਼ਾਏ ਧਰਮ ਰਾਏ ਉਸ ਨੂੰ ਦਿੰਦਾ ਹੈ ਅਤੇ ਕਰਤਾ ਪੁਰਖ ਆਪ ਸਭ ਕੁਝ ਵੇਖਦਾ ਸੁਣਦਾ ਹੈ। ਉਸ ਤੋਂ ਰਾਈ ਮਾਤਰ ਵੀ ਕੋਈ ਭੇਦ ਗੁੱਝਾ ਨਹੀਂ ਹੁੰਦਾ। ਇਹ ਉਸ ਦੇ ਦਰ ਦਾ ਸੱਚਾ ਨਿਉ ਹੈ ਕਿ ਜੈਸਾ ਕੋਈ ਪੂਰਬਲੇ ਜਨਮ ਵਿੱਚ ਬੀਜ ਬੋਂਦਾ ਹੈ ਤਿਹੋ ਜਿਹਾ ਹੀ ਉਹ ਫਲ ਲੁਣਦਾ ਹੈ। ਜਿਸ ਦੇ ਉੱਪਰ ਕਰਤਾਰ ਦੀ ਨਦਰ ਮਿਹਰ ਹੁੰਦੀ ਹੈ ਉਸ ਨੂੰ ਝਪਦੇ ਹੀ ਸੁਮਤ ਆ ਜਾਂਦੀ ਹੈ। ਮੁੜ ਸਤਿਗੁਰੂ ਦੇ ਚਰਨ ਜਾ ਫੜਦਾ ਹੈ। ਪਸ਼ਚਾਤਾਪ ਕਰ ਕਰ ਰੋਂਦਾ ਹੋਇਆ ਸਤਿਗੁਰੂ ਦੇ ਚਰਨ ਧੋ ਦਿੰਦਾ ਹੈ। ਸਤਿਗੁਰੂ ਉਸ ਤੇ ਮਿਹਰ ਤਰਸ ਖਾ ਕੇ ਉਸ ਨੂੰ ਫਿਰ ਬਖਸ਼ ਦਿੰਦਾ ਹੈ। ਸਤਿਗੁਰੂ ਦੀ ਚਰਨੀ ਲੱਗ ਕੇ ਉਹ ਫਿਰ ਇਉਂ ਤਰ ਜਾਂਦਾ ਹੈ ਜਿਉਂ ਲੋਹਾ ਕਾਠ ਦੇ ਸੰਗ ਤਰ ਜਾਂਦਾ ਹੈ। ਕਿਉਂਕਿ ਜੋ ਸਤਿਗੁਰੂ ਪ੍ਰਸਾਦ ਕਰ ਗੁਰ ਦੀਖਿਆ ਲੈ ਕੇ ਨਾਮ ਅਭਿਆਸੀ ਅਤੁੱਟ ਕਮਾਈ ਵਿੱਚ ਜੁਟ ਜਾਂਦਾ ਹੈ, ਤਿਸ ਦਾ ਉਸ ਨੂੰ ਸੁੱਖ ਹੀ ਸੁੱਖ, ਸੱਚਾ ਸੁੱਖ ਪ੍ਰਾਪਤ ਹੁੰਦਾ ਹੈ। ਇਸ ਗੁਰਵਾਕ ਤੇ ਨਾ ਸਿਰਫ ਨਰਕ ਦੀ ਹੋਂਦ ਪਰਲੋਕ ਵਿਖੇ ਸਿੱਧ ਹੋਈ, ਬਲਕਿ ਇਹ ਵੀ ਸਿੱਧ ਹੋਇਆ ਕਿ ਘੋਰ ਨਰਕਾਂ ਵਿੱਚ ਘੋਰ ਸਜ਼ਾਈ ਕੋਲੂ ਤਿਲ ਪੀੜਨ ਸਾਰਖੀਆਂ ਅਤੇ ਤੇਲੀ ਦੇ ਬਲਦ ਵਾਂਗੂ ਕੋਲੂ ਵਿੱਚ ਜੋੜੇ ਜਾਣ ਦੀਆਂ ਵੀ ਹਨ। ਨਰਕਾਂ ਵਿੱਚ ਘੋਰ ਬਿਕਰਾਲੀ ਖੂਹ ਵੀ ਹਨ, ਜਿੱਥੇ ਕਿ ਪਾਪੀ ਪੁਰਸ਼ ਸਿੱਟੇ ਜਾਂਦੇ ਹਨ ਅਤੇ ਹਾਏ ਹਾਏ ਕਰਦੇ ਹੋਏ ਪਿੱਟਦੇ ਸੜਦੇ ਭੁੱਜਦੇ ਹਨ। ਅਗਿਆਨੀ ਲੋਕਾਂ ਭਾਣੇ ਇਹ ਐਵੇਂ ਕੁੜਾਵੀਆਂ ਗੱਲਾਂ ਹਨ। ਉਹ ਲੋਕ ਇਹ ਹੁਜਤਾਂ ਪੇਸ਼ ਕਰਦੇ ਹਨ, ਸਰੀਰ ਤਾਂ ਮਰ ਕੇ ਇੱਥੇ ਹੀ ਰਹਿ ਜਾਂਦਾ ਹੈ, ਅੱਗੇ ਸਜ਼ਾ ਕਿਸ ਨੂੰ ਮਿਲਦੀ ਹੈ। ਇਹ ਉਹਨਾਂ ਦਾ ਭਰਮ ਭੁਲਾਵਾ ਹੈ। ਸਜ਼ਾਵਾਂ ਉਸ ਸੂਖਮ ਸਰੀਰੀ ਜੀਵ ਨੂੰ ਮਿਲਦੀਆਂ ਹਨ ਜਿਸ ਜੀਵ ਨੂੰ ਜਨਮ ਮਰਨ ਆਵਾਗਮਨ ਦੇ ਚੱਕਰ ਵਿੱਚ ਪੈਣਾ ਪੈਂਦਾ ਹੈ। ਇਸ ਵਿਸ਼ੇ ਨੂੰ ਆਵਾਗਮਨ ਦੇ ਕਾਂਡ ਵਿੱਚ ਸੋਧ ਕੇ ਨਿਖਾਰਿਆ ਜਾਵੇਗਾ। ਪਰ ਜੋ ਅਕਿਰਤ ਕਣ ਤੇ ਖੋਟੇ ਕੁੜਿਆਰ ਹਨ ਉਹ ਆਪਣੀ ਦੁਕ੍ਰਿਤ ਕਰਨੀ ਵਿੱਚ ਗਲਤਾਨ ਰਹਿੰਦੇ ਹਨ। ਉਹਨਾਂ ਅਕਿਰਤ ਕਣਾਂ ਦਾ ਨਰਕ ਘੋਰ ਹੀ ਥਾਨ ਹੈ, ਜਿੱਥੇ ਉਹ ਸਿੱਟੇ ਜਾਂਦੇ ਹਨ ਅਤੇ ਜਿੱਥੇ ਘਣੇ ਦੁੱਖ ਉਹਨਾਂ ਨੂੰ ਭੁਗਤਣੇ ਪੈਂਦੇ ਹਨ। ਇਹ ਉਹਨਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਹੀ ਭੁਗਤਾਉਣ ਹਾਰਾ ਭੁਗਤਾਉਂਦਾ ਹੈ। ਉਹ ਹਰਾਮ ਦੀ ਮੌਤ ਹੀ ਮਰਦੇ ਹਨ। ਆਪ ਮਾਰਨ ਹਾਰਾ ਮਾਲਕ ਇਸ ਮੌਕੇ ਉਹਨਾਂ ਨੂੰ ਮਾਰਦਾ ਹੈ। ਯਥਾ ਗੁਰਵਾਕ ਨਰਕ ਘੋਰ ਬਹੁ ਦੁਖ ਘਣੇ, ਅਕਿਰਤ ਘਣਾ ਕਾ ਥਾਨ, ਤਿਨ ਪ੍ਰਭ ਮਾਰੇ ਨਾਨਕਾ, ਹੋਏ ਹੋਏ ਮੋਏ ਹਰਾਮ। ਵਾਰ ਗੌੜੀ ਮਹਲਾ ਤੀਜਾ, ਸ਼ਲੋਕ ਮਹਲਾ ਪੰਜਵਾਂ। ਵਾਹਿਗੁਰੂ ਨਾਮ ਦੇ ਨਾਂ ਜਪਣ ਵਾਲਿਆਂ ਨੂੰ ਨਰਕ ਦੋਜ਼ਖ ਦੀਆਂ ਸਜ਼ਾਵਾਂ ਲਾਜ਼ਮੀ ਤੌਰ ਤੇ ਮਿਲਦੀਆਂ ਹਨ। ਜੋ ਵਾਹਿਗੁਰੂ ਨਾਮ ਨੂੰ ਮੂਲੋਂ ਨਹੀਂ ਵਿਸਾਰਦੇ ਸਹੀ ਇਹਨਾਂ ਸਜ਼ਾਵਾਂ ਤੋਂ ਬਚਦੇ ਹਨ। ਯਥਾ ਗੁਰਵਾਕ ਜੇਕਰ ਗਹਿ ਪਿਆਰੜੇ ਤੁਧ ਨ ਛੋਡਾਂ ਮੂਲ, ਹਰ ਛੋਡਨ ਸੇ ਦੁਰਜਨਾ, ਪੜੈ ਦੋਜ਼ਖ ਕੈ ਸੂਲ। ਗੌੜੀ ਕੀ ਵਾਰ ਮਹਲਾ ਪੰਜਵਾਂ। ਸ਼ਾਸਤਰ ਵੇਦ ਕੇਵਲ ਪਾਪ ਪੁੰਨ ਕਰਮ ਅਕਰਮ ਦਾ ਵਿਚਾਰ ਵਿਚਾਰਨਾ ਹੀ ਦੱਸਦੇ ਹਨ, ਨਾਮ ਨਹੀਂ ਦੜਾਉਂਦੇ। ਇਸ ਕਰਕੇ ਸ਼ਾਸਤਰ ਵੇਦ ਵਿਚਾਰੀਆਂ ਨੂੰ ਨਰਕਾਂ ਸੁਰਗਾਂ ਵਿੱਚ ਹੀ ਮੁੜ ਮੁੜ ਕੇ ਘੁੰਮਣਾ ਪੈਂਦਾ ਹੈ। ਯਥਾ ਗੁਰਵਾਕ ਸ਼ਾਸਤਰ ਵੇਦ ਪਾਪ ਪੁੰਨ ਵਿਚਾਰ, ਨਰਕ ਸੁਰਗ ਫਿਰ ਅਵਤਾਰ। ਆਸਾ ਮਹਲਾ ਪੰਜਵਾਂ। ਇਸ ਭਾਵ ਦੀ ਪ੍ਰੋੜਤਾ ਅਗਲਾ ਗੁਰਵਾਕ ਕਰਦਾ ਹੈ। ਮਨਮੁਖ ਜੇ ਸਮਝਾਈਐ ਭੀ ਉੱਜੜ ਜਾਏ, ਬਿਨ ਹਰ ਨਾਮ ਨਾ ਛੂਟਸੀ, ਮਰ ਨਰਕ ਸਮਾਏ। ਆਸਾ ਮਹਲਾ ਪਹਿਲਾ। ਅਰਥਾਤ ਮਨਮੁਖ ਸਾਕਤ ਪੁਰਸ਼ ਨੂੰ ਭਾਵੇਂ ਕਿਤਨਾ ਹੀ ਸਮਝਾਇਆ ਜਾਵੇ ਉਹ ਕਦੇ ਨਹੀਂ ਸਮਝਦਾ। ਉਹਦੇ ਮਨ ਸਮਝੌਤੀ ਸੋਝੀ ਵਾਲੀਆਂ ਬਾਤਾਂ ਪੌਂਦੀਆਂ ਪੁੜਦੀਆਂ ਹੀ ਨਹੀਂ। ਸਤਿਗੁਰੂ ਦੀ ਸਿੱਖਿਆ ਵੀ ਉਸ ਤੇ ਕੋਈ ਅਸਰ ਨਹੀਂ ਕਰਦੀ। ਨਰਕਾਂ ਵਿੱਚ ਪਾਉਣ ਵਾਲੀਆਂ ਗੁਰਬੁਝਾਰਤਾਂ ਨੂੰ ਐਵੇਂ ਟਿੱਚ ਕਰਕੇ ਜਾਣਦਾ ਹੈ। ਬਸ ਉਸ ਦਾ ਛੁਟਕਾਰਾ ਕਦੇ ਨਹੀਂ ਹੁੰਦਾ। ਛੁਟਕਾਰਾ ਹੁੰਦਾ ਹੈ ਨਾਮ ਜਪ ਕੇ। ਨਾਮ ਦੇ ਰਾਹ ਉਹ ਜਾਂਦਾ ਹੀ ਨਹੀਂ, ਅਮੋੜਤਾ ਵਿੱਚ ਹੀ ਮਰ ਜਾਂਦਾ ਹੈ। ਮਰ ਕੇ ਨਰਕ ਸਿਧਾਉਂਦਾ ਹੈ। ਇਸ ਗੁਰਵਾਕ ਅੰਦਰ ਵੀ ਉਹਨਾਂ ਲੋਕਾਂ ਲਈ ਸਾਫ਼ ਸਬਕ ਹੈ
ਜਿਹੜੇ ਕਹਿੰਦੇ ਹਨ ਨਰਕ ਸੁਰਗ ਜੇਕਰ ਹੈਨ ਇਸੇ ਦੁਨੀਆ ਵਿੱਚ ਹੈਨ, ਅੱਗੇ ਕੁਛ ਨਹੀਂ। ਮਰ ਨਰਕ ਸਮਾਏ ਵਾਲੀ ਪੰਕਤੀ ਪ੍ਰੋੜਤਾ ਕਰਦੀ ਹੈ ਕਿ ਨਾਮਹੀਣ ਮਨਮੁਖ ਸਾਕਤ ਨਰ ਨੂੰ ਮਰ ਕੇ ਨਰਕ ਸਿਧਾਉਣਾ ਪੈਂਦਾ ਹੈ। ਸ਼ਾਸਤਰ ਵੇਦ ਵਿਚਾਰੀਆਂ ਨੂੰ ਤਾਂ ਨਰਕ ਸੁਰਗ ਮਿਲਣਾ ਹੀ ਸੀ। 4 ਵੇਦਾਂ ਦਾ ਬਖਤਾ ਬ੍ਰਹਮਾ ਵੀ ਨਿਰਾ ਵੇਦ ਵਿਚਾਰੀ ਹੋਣ ਕਰਕੇ ਨਰਕ ਸੁਰਗ ਦਾ ਅਧਿਕਾਰੀ ਹੀ ਬਣਦਾ ਹੈ, ਕਿਉਂਕਿ ਉਹ ਸੱਚੜਾ ਹੁਕਮ ਸਾਹਿਬ ਦਾ ਜੋ ਨਾਮ ਜਪਣ ਦਾ ਹੈ ਬੁੱਝਦਾ ਨਹੀਂ। ਇਸ ਬੂਝ ਦੀ ਸੂਝ ਤਾਂ ਆਵੇ ਜੇ ਉਹ ਸਤਿਗੁਰੂ ਦੀ ਸ਼ਰਨੀ ਪੈ ਕੇ ਨਿਗੁਰਿਓਂ ਸਗੁਰਾ ਹੋ ਜਾਵੇ। ਯਥਾ ਗੁਰਵਾਕ ਚਾਰੇ ਵੇਦ ਬ੍ਰਹਮੇ ਕੋ ਦੀਏ, ਪੜ ਪੜ ਕਰੇ ਵਿਚਾਰੀ, ਤਾਕਾ ਹੁਕਮ ਨ ਬੂਝੈ ਬਪੁੜਾ, ਨਰਕ ਸੁਰਗ ਅਵਤਾਰੀ। ਆਸਾ ਮਹਲਾ ਤੀਜਾ ਅਸ਼ਟਪਦੀਆਂ। ਵਾਹਿਗੁਰੂ ਦੇ ਸਿਮਰਨ ਕਰਨ ਹਾਰਿਆਂ ਨੂੰ ਨਰਕ ਉੱਕਾ ਹੀ ਨਹੀਂ ਦੇਖਣਾ ਪੈਂਦਾ, ਸਗੋਂ ਧਰਮ ਰਾਏ ਉਹਨਾਂ ਨੂੰ ਅੱਗੋਂ ਨਮਸਕਾਰ ਜੈ ਜੈਕਾਰ ਕਰਕੇ ਮਿਲਦਾ ਹੈ ਅਤੇ ਜਮਦੂਤ ਸਾਰੇ ਪਤਰਾਵਾਤ ਜਾਂਦੇ ਹਨ, ਅਰਥਾਤ ਨੱਸ ਭੱਜ ਜਾਂਦੇ ਹਨ। ਯਥਾ ਗੁਰਵਾਕ ਨਰਕ ਨਾ ਡੀਠੜਿਆ ਸਿਮਰਤ ਨਾਰਾਇਣ, ਜੈ ਜੈ ਧਰਮ ਕਰੇ ਦੂਤ ਭਏ ਪਲਾਇਣ। ਆਸਾ ਮਹਲਾ ਪੰਜਵਾਂ। ਕਰਨਹਾਰ ਕਰਤਾਰ ਅੰਤਰਜਾਮੀ ਸਰਬ ਵਿਆਪੀ ਪਰਮਾਤਮਾ ਨੂੰ ਲੋਕੀ ਹਾਜ਼ਰ ਨਾਜ਼ਰ ਸਿਰ ਤੇ ਖੜਾ ਸੰਗ ਸਾਥ ਨਹੀਂ ਜਾਣਦੇ, ਤਾਂ ਹੀ ਤੇ ਪਾਪ ਕਮਾਉਂਦੇ ਹਨ ਅਤੇ ਨਰਕਾਂ ਨੂੰ ਸਿਧਾਉਂਦੇ ਹਨ। ਜੇ ਵਾਹਿਗੁਰੂ ਨੂੰ ਸਦਾ ਸੰਗੀ ਜਾਣਨ ਅਤੇ ਵਾਹਿਗੁਰੂ ਦਾ ਹੁਕਮ ਮੰਨਣ, ਸੁਕ੍ਰਿਤ ਕਰਨੀਆਂ ਕਰਨ ਤੇ ਨਾਮ ਜਪਣ, ਤਾਂ ਫਿਰ ਨਰਕ ਹਰਗਿਜ਼ ਨਹੀਂ ਜਾਣਾ ਪੈਂਦਾ। 8 ਪਹਿਰ ਸਿਮਰਨ ਕੀਤਾ ਬੰਦੇ ਦੇ ਸੰਗ ਜਾਂਦਾ ਹੈ। ਸਤ ਸੰਗਤ ਦਾ ਸਦਕਾ ਸਦਾ ਸਦਾ ਭਜਨ ਵਿੱਚ ਮਹਿਵ ਹੋਇਆਂ ਦੋਖ ਪਾਪ ਕਮਾਤੇ ਸਭ ਮਿਟ ਜਾਂਦੇ ਹਨ। ਯਥਾ ਗੁਰਵਾਕ ਸੰਗ ਦੇਖੈ ਕਰਨ ਹਾਰਾ, ਕਾਏ ਪਾਪ ਕਮਾਈਐ, ਸੁਕ੍ਰਿਤ ਕੀਜੈ ਨਾਮ ਲੀਜੈ, ਨਰਕ ਮੂਲ ਨਾ ਜਾਈਐ। 8 ਪਹਿਰ ਹਰ ਨਾਮ ਸਿਮਰੋ, ਚੱਲੈ ਤੇਰੇ ਸਾਥੇ, ਭਜ ਸਾਧ ਸੰਗਤ ਸਦਾ ਨਾਨਕ, ਮਿਟੈ ਦੋਖ ਕਮਾਤੇ। ਆਸਾ ਮਹਲਾ ਪੰਜਵਾਂ। ਨਾਮੋਂ ਕੁੱਥੇ ਕੁੜਿਆਰਾਂ ਨੂੰ ਕਿਤੇ ਠੌਰ ਟਿਕਾਣਾ ਨਹੀਂ ਮਿਲਦਾ, ਉਹ ਮੂੰਹ ਕਾਲੇ ਲੈ ਕੇ ਦੋਜ਼ਖਾਂ ਵਿੱਚ ਝੋਕੇ ਜਾਂਦੇ ਹਨ। ਯਥਾ ਗੁਰਵਾਕ ਥਾਉ ਨਾ ਪਾਇਨ ਕੂੜਿਆਰ, ਮੂੰਹ ਕਾਲਾ ਦੋਜ਼ਖ ਚਾਲਿਆ। ਆਸਾ ਦੀ ਵਾਰ ਨਿਰੰਕਾਰ ਦਾ ਨਾਮ ਵੀ ਨਿਰੰਕਾਰ ਰੂਪ ਹੈ, ਤਾਂ ਹੀ ਤੇ ਨਾਮ ਲਇਐ ਨਰਕ ਨਹੀਂ ਜਾਈਦਾ। ਨਾਉ ਤੇਰਾ ਨਿਰੰਕਾਰ ਹੈ, ਨਾ ਲਇਐ ਨਰਕ ਨਾ ਜਾਈਐ। ਵਾਰ ਆਸਾ ਜਿਸ ਨੂੰ ਵਾਹਿਗੁਰੂ ਸਤਿਗੁਰੂ ਦਾ ਬਣਾ ਕੇ ਆਪਣੇ ਲੜ ਲਾਏ ਲੈਂਦਾ ਹੈ, ਉਸ ਨੂੰ ਨਾ ਕੋਈ ਰੋਗ ਲੱਗਦਾ ਹੈ, ਨਾ ਪਾਪ ਪਾਉਂਦਾ ਹੈ, ਨਾ ਉਹ ਨਰਕਾਂ ਦਾ ਅਧਿਕਾਰੀ ਬਣਦਾ ਹੈ। ਨਰਕ ਰੋਗ ਨਹੀਂ ਹੋਵਤ ਜਨਸੰਗ, ਨਾਨਕ ਜਿਸ ਲੜ ਲਾਵੈ। ਦੇਵ ਗੰਧਾਰੀ ਮਹਲਾ ਪੰਜਵਾਂ। ਗੁਰੂ ਤੋਂ ਬੇਮੁਖਾਂ ਪ੍ਰਭੂ ਨੂੰ ਵਿਸਾਰਨ ਹਾਰਿਆਂ ਨੂੰ ਨਰਕ ਘੋਰ ਵਿਖੇ ਪਹਿਣਾ ਪਊ। ਯਥਾ ਗੁਰਵਾਕ ਜਿਹ ਜਨ ਓਟ ਗਹੀ ਪ੍ਰਭ ਤੇਰੀ, ਸੇ ਸੁਖੀਏ ਪ੍ਰਭ ਸ਼ਰਣੇ, ਜਿਹ ਨਰ ਬਿਸਰਿਆ ਪੁਰਖ ਵਿਧਾਤਾ, ਤੇ ਦੁਖੀਆ ਮਹਿ ਗਨਣੇ। ਜਿਹ ਗੁਰਮਾਨ ਪ੍ਰਭੂ ਲਿਵ ਲਾਈ, ਤਹ ਮਹਾ ਆਨੰਦ ਰਸ ਕਰਿਆ, ਜਿਹ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਈ, ਤੇ ਨਰਕ ਘੋਰ ਮੈਂ ਪਰਿਆ। ਸੋਰਠ ਮਹਲਾ ਪੰਜਵਾਂ। ਭਾਵ ਵਾਹਿਗੁਰੂ ਦੀ ਸਦਾ ਸ਼ਰਨ ਰਹਿਣ ਵਾਲੇ ਅਤੇ ਵਾਹਿਗੁਰੂ ਨਾਮ ਦੀ ਓਟ ਖਿਨ ਖਿਨ ਲੈਣ ਵਾਲੇ ਗੁਰਮੁਖ ਜਨ ਹੀ ਦਰ ਅਸਲ ਸੁਖੀਏ ਹਨ, ਹੋਰ ਸਭ ਸੰਸਾਰ ਦੁਖੀਆ ਹੈ। ਜਿਨ੍ਹਾਂ ਨਰਾਂ ਨੇ ਪੁਰਖ ਵਿਧਾਤਾ ਵਿਸਾਰ ਦਿੱਤਾ ਹੈ, ਉਹ ਤਾਂ ਪੁੱਜ ਕੇ ਹੀ ਦੁਖੀਏ ਹਨ। ਜਿਨ੍ਹਾਂ ਨੇ ਗੁਰੂ ਦੇ ਬਣ ਕੇ ਗੁਰੂ ਨਾਮ ਮੰਤਰ ਦੀ ਦੀਖਿਆ ਲੈ ਕੇ ਵਾਹਿਗੁਰੂ ਨਾਮ ਨਾਲ ਲਿਵ ਲਾਈ ਹੈ, ਤਿਨਾਂ ਨੇ ਮਹਾ ਆਨੰਦ ਰਸ ਮਾਣਿਆ ਹੈ। ਜਿਹੜੇ ਪ੍ਰਾਣੀ ਗੁਰੂ ਤੋਂ ਬੇਮੁਖ ਹੋ ਕੇ ਪ੍ਰਭੂ ਨੂੰ ਵਿਸਾਰ ਬੈਠੇ ਹਨ, ਸੇ ਨਰਕ ਘੋਰ ਵਿੱਚ ਪੈਣਗੇ। ਵਾਹਿਗੁਰੂ ਨੂੰ ਛੱਡ ਕੇ ਹੋਰੀ ਪਾਸੀਂ ਲੱਗਣ ਵਾਲੇ ਨਰਕਾਂ ਦੇ ਹੀ ਭਾਗੀ ਬਣਦੇ ਹਨ। ਪ੍ਰਭੂ ਛੋੜ ਅਨ ਲਾਗੈ, ਨਰਕ ਸਮੰਜੀਐ। ਵਾਰ ਜੈਤਸਰੀ ਦਿਨਸ ਰਹਿਣ ਵਾਹਿਗੁਰੂ ਅਰਾਧਨ ਹਾਰੇ, ਨਾਮ ਰਤੜੇ ਗੁਰਮੁਖ ਜਨ ਨਰਕ ਵਿੱਚ ਕਦੇ ਪੈ ਹੀ ਨਹੀਂ ਸਕਦੇ, ਕਿਉਂਕਿ ਖਲਕ ਜਹਾਨ ਦਾ ਮਾਲਕ ਵਾਹਿਗੁਰੂ ਉਹਨਾਂ ਤੇ ਖਾਸ ਮਿਹਰਬਾਨ ਹੁੰਦਾ ਹੈ। ਨਰਕ ਅਥਵਾ ਦੋਜ਼ਕ ਵਿੱਚ ਤਾਂ ਉਹਨਾਂ ਕੀ ਜਾਣਾ ਸੀ। ਜਿਸ ਨੂੰ ਨਾਮ ਦਾ ਆਧਾਰ ਹੈ, ਉਸ ਦਾ ਅਜ਼ਰਾਈਲ ਮੌਤ ਦਾ ਫਰਿਸ਼ਤਾ ਵੀ ਦੋਸਤ ਬਣ ਜਾਂਦਾ ਹੈ। ਉਸ ਦੇ ਸਾਰੇ ਗੁਨਾਹ ਵੀ ਮੁਆਫ ਹੋ ਜਾਂਦੇ ਹਨ। ਵਾਹਿਗੁਰੂ ਦੇ ਆਸ਼ਕਾਂ ਨੂੰ ਤਾਂ ਦਰਸ਼ਨਾਂ ਦਾ ਹੀ ਨਸ਼ਾ ਰਹਿੰਦਾ ਹੈ। ਯਥਾ ਗੁਰਵਾਕ
खुद खसम खलक जहान अल्लाह मेहरवान खुदाए दिनस रैन जे तुद अराधे सो क्यों दोजक जाए। अजराइल यार बंदे जिस तेरा आधार गुनाह उसके सगल आफू तेरे जन देखें दीदार। ਤਿਲੰਗ ਮਹੱਲਾ ਪੰਜਵਾਂ। ਮੇਰੀ ਮੇਰੀ ਧਾਰ ਕੇ ਮਾਇਆ ਦੇ ਬੰਧਨ ਵਿੱਚ ਬੰਦੇ ਹੋਏ ਮਾਇਆ ਦੇ ਧੰਦਿਆਂ ਵਿੱਚ ਫਾਥੇ ਮੁੜ ਮੁੜ ਨਰਕਾਂ ਸੁਰਗਾਂ ਵਿੱਚ ਉਤਰਦੇ ਹਨ। ਯਥਾ ਗੁਰਵਾਕ। ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਧੰਦਿਆ। ਸੂਹੀ ਮਹੱਲਾ ਪੰਜਵਾਂ। ਅਗਲਾ ਗੁਰਵਾਕ ਤਾਂ ਸ਼ਕਤੀ ਦੇ ਉਪਾਸ਼ਕਾਂ ਦੀ ਨਰਕਗਾਮੀ ਗਤੀ ਨੂੰ ਖੋਲ ਕੇ ਵਰਣਨ ਕਰਦਾ ਹੈ। ਜਿਨੀ ਨਾਮ ਵਿਸਾਰਿਆ ਕੂੜੇ ਕਹਿਣ ਕਹਨ ਪੰਚ ਚੋਰ ਤਿਨਾ ਘਰ ਮੁਹਨ ਹਉਮੈ ਅੰਦਰ ਸਨ ਸਾਕਤ ਮੁੱਠੇ ਦੁਰਮਤੀ ਹਰ ਰਸ ਨਾ ਜਣਨ ਜਿਨੀ ਅੰਮ੍ਰਿਤ ਭਰਮ ਲੁਟਾਇਆ ਬਿਕ ਸਿਉ ਰਚੈ ਰਚਨ ਦੁਸ਼ਟਾਂ ਸੇਤੀ ਪਿਰਹੜੀ ਜਨ ਸਿਉ ਵਾਦ ਕਰਨ ਨਾਨਕ ਸਾਕਤ ਨਰਕ ਮੈਂ ਜਮ ਬੱਧੇ ਦੁਖ ਸਹਨ ਪਇਐ ਕਿਰਤ ਕਮਾਉਂਦੇ ਜਿਵ ਰਾਖੈ ਤਿਵੈ ਰਹਨ। ਵਾਰ ਬਿਲਾਵਲ ਸ਼ਲੋਕ ਮਹੱਲਾ ਤੀਜਾ। ਭਾਵ ਜਿਨ੍ਹਾਂ ਨੇ ਨਾਮ ਵਿਸਾਰਿਆ ਹੈ ਉਹ ਕੂੜੀਆਂ ਕਹਿਣੀਆਂ ਹੀ ਕਹਿੰਦੇ ਫਿਰਦੇ ਹਨ। ਪੰਚ ਦੂਤਾਂ ਕਾਮ ਕ੍ਰੋਧ ਆਦਿਕ ਦੇ ਅਧੀਨ ਹੋਏ ਵੇ ਅਰਲ ਬਰਲ ਮੂੰਹੋਂ ਕੱਢੀ ਜਾਂਦੇ ਹਨ। ਹਉਮੈ ਦਾ ਅੰਦਰ ਸੰਨ ਲੱਗਿਆ ਹੋਣ ਕਰਕੇ ਹਉਮੈ ਦੀਆਂ ਹਉਮੈ ਗ੍ਰਸਤ ਗੱਲਾਂ ਹੀ ਕਰਦੇ ਰਹਿੰਦੇ ਹਨ। ਇਹ ਸਭ ਸਾਕਤ ਲੋਕ ਹਨ ਜੋ ਦੁਰਮਤ ਮਤਾਂ ਦੇ ਮੁੱਠੇ ਹੋਏ ਹੁੰਦੇ ਹਨ। ਪਰਮਾਰਥ ਦੇ ਰਾਹ ਉੱਤੇ ਆਉਂਦੇ ਹੀ ਨਹੀਂ, ਪਰਮਾਰਥਾਂ ਦੇ ਰਸ ਨੂੰ ਜਾਣਦੇ ਨਹੀਂ। ਅੰਮ੍ਰਿਤ ਰੂਪੀ ਸੱਚੀ ਖੇਪ ਗਵਾਏ ਕੇ ਵਿਖਿਆ ਦੇ ਰਸਾਂ ਕਸਾਂ ਵਿੱਚ ਹੀ ਲੱਥ-ਪੱਥ ਰਹਿੰਦੇ ਹਨ। ਦੁਸ਼ਟਾਂ ਦੇ ਨਾਲ ਦੋਸਤੀ ਰੱਖਦੇ ਹਨ। ਪਰਮਾਰਥੀ ਪੁਰਸ਼ਾਂ ਸਤਸੰਗੀ ਜਨਾਂ ਨਾਲ ਵਾਦ ਵਿਰੋਧ ਰਚ ਲੈਂਦੇ ਹਨ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਐਸੇ ਸਾਕਤ ਨਰ ਸਿੱਧੇ ਨਰਕੀ ਜਾ ਪੈਂਦੇ ਹਨ ਅਤੇ ਜਮਾਂ ਦੇ ਬੱਧੇ ਅਨੇਕਾਂ ਦੁੱਖ ਸਹਿੰਦੇ ਹਨ। ਆਪਣੀ ਕਰਨੀ ਦਾ ਫਲ ਪਾਉਂਦੇ ਹਨ। ਰੱਖਣਹਾਰ ਦਾ ਤਾਰ ਜਿਵੇਂ ਉਹਨਾਂ ਦੇ ਕਰਮ ਫਲ ਅਨੁਸਾਰ ਰੱਖੇ ਤਿਵੇਂ ਹੀ ਉਹਨਾਂ ਨੂੰ ਰਹਿਣਾ ਤੇ ਦੁੱਖ ਸਹਿਣਾ ਪੈਂਦਾ ਹੈ। ਨਰਕ ਉਹਨਾਂ ਦੇ ਸਿਰਾਂ ਤੋਂ ਟਲ ਨਹੀਂ ਸਕਦਾ।